ਜੇਕਰ ਤੁਹਾਡੇ ਵਰਗੇ ਪੇਰੈਂਟਸ ਅੱਗੇ ਆਣਗੇ ਤਾਂ ਹੀ ਕੁੜੀਆਂ ਕੁਝ ਕਰ ਪਾਣਗੀਆਂ। ਇਸਤਰੀ ਦਾ ਰੋਲ ਬਹੁਤ ਅਹਿਮ ਹੁੰਦਾ ਹੈ। ਆਪਣੇ ਰਾਈਟ ਵਾਸਤੇ ਤੁਸੀਂ ਕਦੇ ਵੀ ਪਿੱਛੇ ਨਹੀਂ ਹਟਣਾ। ਸਤੀ ਪ੍ਰਥਾ ਵੀ ਸੀਗੀ, ਪੜ੍ਹਨ ਨਹੀਂ ਦੇਣਾ, ਡਿਊਰਿੰਗ ਸਰਟਨ ਡੇਜ਼ ਆਫ ਉਹ ਗੁਰਦੁਆਰੇ ਨਹੀਂ ਜਾ ਸਕਦੀਆਂ। ਬਾਬੇ ਨਾਨਕ ਨੇ ਇਸਤਰੀ ਨੂੰ ਬਹੁਤ ਅਹਿਮੀਅਤ ਦਿੱਤੀ, ਬਹੁਤ ਉੱਚਾ ਦਰਜਾ ਦਿੱਤਾ। ਜਸਮੀਤ ਕੌਰ ਡਾਕਟਰ ਹੈ, MD ਹੈ, ਇਹ ਲਾਈਨ ਕਿਵੇਂ ਆਈ? ਡਾਕਟਰੀ ਪੇਸ਼ੇ ਵਿੱਚ ਜਾਣਾ ਹੈ, ਸਿਰਫ ਪੈਸੇ ਕਮਾਉਣ ਨਹੀਂ ਜਾਣਾ। ਯੂ ਆਰ देयर ਟੂ ਸਰਵ ਏ ਕਮਿਊਨਿਟੀ। ਤੁਸੀਂ ਸੇਵਾ ਦਾ ਭਾਵ ਅੱਗੇ ਰੱਖੋ। ਕੀ ਤੁਸੀਂ ਹੱਲਾਸ਼ੇਰੀ ਦਿੱਤੀ ਜਸਪੀਤ ਨੂੰ ਪੋਲੀਟੀਸ਼ੀਅਨ ਬਣਨ ਦੀ? ਹੈਲਥ ਕੇਅਰ ਦਾ ਸਾਡਾ ਸਿਸਟਮ ਇੰਨਾ ਗਰਕ ਹੋ ਚੁੱਕਾ ਹੈ ਤਾਂ ਕਿ ਸਾਨੂੰ ਇਹਦੀ ਐਕਸਪਰਟੀਜ਼ ਚਾਹੀਦੀ ਹੈ। ਉਸ ਟੇਬਲ ਤੇ ਬਹਿ ਕੇ ਸਾਡਾ ਨੈਗੋਸ਼ੀਏਸ਼ਨ ਨਹੀਂ ਹੋ ਪਾਉਂਦਾ। ਸਾਡਾ ਕੋਈ ਰੈਪਰੈਜ਼ੈਂਟੇਸ਼ਨ ਉੱਥੇ ਨਹੀਂ ਸੀਗਾ। ਐਜ਼ ਅ ਪੋਲੀਟੀਸ਼ੀਅਨ ਹੁਣ ਆਪਣੀ ਬੇਟੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹਨੇ ਕਾਫੀ ਚੇਂਜਸ ਲਿਆਏ ਨੇ। 7-8 ਜਿਹੜੇ ਬਿੱਲ ਸੀਗੇ ਉਹਦੇ ਯੂਨੈਨਿਮਸਲੀ ਪਾਸ ਹੋਏ ਨੇ। ਸ਼ੀ ਡਜ਼ ਦਾ ਹੋਮਵਰਕ ਬਿਫੋਰ ਸ਼ੀ ਡਜ਼ ਇਟ। ਹੁਣ ਇੰਨੀ ਸਿਆਣੀ ਹੋ ਚੁੱਕੀ ਹੈ ਕਿ ਮੈਨੂੰ ਸਲਾਹ ਲੈਣੀ ਪੈਂਦੀ ਉਹਦੇ ਕੋਲੋਂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। मैं हाँ पलविंदर सिंह विरमानी। प्रोग्राम सिख है फिलहाल ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ ਮੈਂ ਪਹੁੰਚਿਆ ਹੋਇਆ ਕੈਲੀਫੋਰਨੀਆ ਦੇ ਟਰਲੌਕ ਸ਼ਹਿਰ ਵਿੱਚ ਔਰ ਅੱਜ ਅਸੀਂ ਜਿਨ੍ਹਾਂ ਨੂੰ ਕਹਿ ਰਹੇ ਹਾਂ ਸਿੱਖ ਹੈ ਫਿਲਹਾਲ ਬਹੁਤ ਹੀ ਖਾਸ ਹਸਤੀ ਮੇਰੇ ਨਾਲ ਮੌਜੂਦ ਨੇ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰਦਾਰ ਦਵਿੰਦਰ ਸਿੰਘ ਬੈਂਸ ਸਾਹਿਬ। ਬੈਂਸ ਸਾਹਿਬ ਬਹੁਤ ਬਹੁਤ ਸਵਾਗਤ ਔਰ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਔਰ ਸਾਡੇ ਨਾਲ ਅੱਜ ਦਵਿੰਦਰ ਸਿੰਘ ਬੈਂਸ ਸਾਹਿਬ ਕਿਉਂ ਨੇ? ਬਹੁਤ ਸਾਰੀਆਂ ਖੂਬੀਆਂ ਨੇ। ਜੇਕਰ ਇੱਕ ਹੀ ਕਰਕੇ ਅੱਗੇ ਵਧੀਏ ਤਾਂ ਤੁਹਾਨੂੰ ਦੱਸਾਂਗੇ ਅੱਜ ਪੰਜਾਬ ਵਿੱਚ, ਬਿਹਾਰ ਵਿੱਚ, ਉੱਤਰ ਪ੍ਰਦੇਸ਼ ਵਿੱਚ, ਵੱਖ-ਵੱਖ ਥਾਵਾਂ ਤੇ, ਈਵਨ ਅੱਜ ਅਸੀਂ ਜਦੋਂ ਅਮਰੀਕਾ ਵਿੱਚ ਬੈਠੇ ਹਾਂ ਜਾਂ ਕੈਨੇਡਾ ਵਿੱਚ, UK ਵਿੱਚ, ਆਸਟ੍ਰੇਲੀਆ ਵਿੱਚ, ਇੱਕ ਅਜਿਹੀ ਮੈਂ ਕਹਾਂਗਾ ਕਿ ਸਾਡੇ ਤੋਂ ਕੁਤਾਹੀ ਹੋ ਰਹੀ ਹੈ ਕਿ ਸਾਡੀਆਂ ਜਿਹੜੀਆਂ ਧੀਆਂ ਨੇ ਕੁੱਖਾਂ ਵਿੱਚ ਹੀ ਮਾਰੀਆਂ ਜਾ ਰਹੀਆਂ ਨੇ। ਪਰ ਅੱਜ ਦਵਿੰਦਰ ਸਿੰਘ ਬੈਂਸ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਧੀ ਨੂੰ ਅਸਮਾਨ ਛੂਹਣ ਦੀ ਆਜ਼ਾਦੀ ਦਿੱਤੀ ਅਤੇ ਅੱਜ ਜਸਮੀਤ ਕੌਰ ਬੈਂਸ, ਜੀ ਹਾਂ, ਇਹਨਾਂ ਦੀ ਧੀ ਅੱਜ ਅਮਰੀਕਾ ਦੇ 35th ਡਿਸਟ੍ਰਿਕਟ ਦੀ ਅਸੈਂਬਲੀ ਵੂਮਨ ਨੇ। ਜੀ ਹਾਂ, ਇਕਲੌਤੀ ਪੰਜਾਬੀ ਮਹਿਲਾ ਜੋ ਕਿ ਪੂਰੇ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਇੰਡੀਆ ਵਿੱਚ ਨਹੀਂ, ਅਮਰੀਕਾ ਵਿੱਚ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਆਪਣਾ ਨਾਮਣਾ ਖੱਟ ਚੁੱਕੀ ਹੈ ਔਰ ਦਵਿੰਦਰ ਸਾਹਿਬ ਦਾ ਨਾਂ ਉੱਚਾ ਕਰ ਚੁੱਕੀ ਹੈ, ਛਾਤੀ ਚੌੜੀ ਕਰ ਚੁੱਕੀ ਹੈ। ਪਹਿਲਾਂ ਤਾਂ ਬੈਂਸ ਸਾਹਿਬ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕੁੜੀਆਂ ਨੂੰ ਆਜ਼ਾਦੀ ਦਿੱਤੀ ਅਸਮਾਨ ਛੂਹਣ ਦੀ, ਕਿਉਂਕਿ ਜੇਕਰ ਤੁਹਾਡੇ ਵਰਗੇ ਪੇਰੈਂਟਸ ਅੱਗੇ ਆਣਗੇ ਤਾਂ ਹੀ ਕੁੜੀਆਂ ਕੁਝ ਕਰ ਪਾਣਗੀਆਂ। ਕੀ ਕਹਿਣਾ ਚਾਹੋਗੇ? ਜੀ ਦੇਖੋ, ਕਿਸੇ ਵੀ ਫੈਮਿਲੀ ਦੇ ਵਿੱਚ ਇੱਕ ਇਸਤਰੀ ਦਾ ਰੋਲ ਜਿਹੜਾ ਹੁੰਦਾ ਬਹੁਤ ਅਹਿਮ ਹੁੰਦਾ ਹੈ ਜੀ। ਤੇ ਸਾਡੇ ਪਰਿਵਾਰ ਦੇ ਵਿੱਚ ਜਿੱਥੋਂ ਮੈਨੂੰ ਆਪਣੀ ਪਰਵਿਸ਼ ਤੋਂ ਚੇਤੇ ਹੈ, ਸਾਡੇ ਬਿਜੀ ਜਿਹੜੇ ਸਨ ਉਹ ਬੜੀ ਸਟਰੋਂਗ ਫੀਲਿੰਗ ਦੇ ਇਨਸਾਨ ਸਨ ਜੀ। ਤੇ ਉਹ ਹਮੇਸ਼ਾ ਗੱਲ ਕਰਦੇ ਹੁੰਦੇ ਸੀਗੇ ਕਿ ਜਿੰਨਾ ਕੁ ਅਸੀਂ ਲੜਕੀਆਂ ਨੂੰ ਅਸੀਂ ਦਬਾ ਕੇ ਰੱਖਾਂਗੇ, ਅਸੀਂ ਉਹਨਾਂ ਨੂੰ ਅੱਗੇ ਨਹੀਂ ਵਧਣ ਦੇਵਾਂਗੇ ਤੇ ਸਾਡੀ ਕੌਮ ਦੀ ਉਸਾਰੀ ਨਹੀਂ ਹੋ ਸਕੇਗੀ ਜੀ। ਤੇ ਉਹਨਾਂ ਨੇ ਇਹਦੇ ਵਿੱਚ ਬੜਾ ਯੋਗਦਾਨ ਪਾਇਆ ਕਿਉਂਕਿ ਜਸਮੀਤ, ਬਿਜੀ ਤੇ ਪਿਤਾ ਜੀ ਦੋਨੋਂ ਸਾਡੇ ਕੋਲ ਹੁੰਦੇ ਸੀਗੇ ਤੇ ਇਹਨਾਂ ਜਸਮੀਤ ਦੇ ਨਾਨੀ ਜੀ ਵੀ ਸਾਡੇ ਕੋਲ ਹੁੰਦੇ ਸੀਗੇ ਤੇ ਇਹਨਾਂ ਨੇ ਬੜਾ ਯੋਗਦਾਨ ਪਾਇਆ ਕਿ ਬੱਚੀ ਨੂੰ ਦੱਸਣਾ ਹੈ ਕਿ ਆਪਣੇ ਰਾਈਟ ਵਾਸਤੇ ਤੁਸੀਂ ਕਦੇ ਵੀ ਪਿੱਛੇ ਨਹੀਂ ਹਟਣਾ। ਮੈਨੂੰ ਯਾਦ ਹੈ ਇੱਕ ਵਾਰੀ ਕਿਸੇ ਜਸਮੀਤ ਛੋਟੀ ਜੀ ਹੁੰਦੀ ਸੀਗੀ ਤੇ ਅਸੀਂ ਗੁਰਦੁਆਰੇ ਗਏ ਤੇ ਉੱਥੇ ਜਿਹੜਾ ਸੇਵਾਦਾਰ ਸੀਗਾ, ਜਸਮੀਤ ਦੀ ਉਮਰ ਉਸ ਵੇਲੇ ਮੇਰੇ ਖਿਆਲ ਨਾਲ 7 ਤੇ 8 ਸਾਲ ਦੀ ਹੋਣੀ ਹੈ ਜੀ। ਤੇ ਸੇਵਾਦਾਰ ਨੇ ਉਹਨੂੰ ਰੋਕ ਦਿੱਤਾ ਕਿ ਤੁਸੀਂ ਬੇਟੀ ਇਸ ਪਾਸੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਇਸ ਪਾਸੇ ਆਪਣੇ ਮਹਾਰਾਜ ਦੇ ਬਸਤਰ ਬਦਲੇ ਜਾ ਰਹੇ ਨੇ। ਅੱਛਾ ਜੀ। ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਸਤਰ ਬਦਲੇ ਜਾ ਰਹੇ ਨੇ ਤੇ ਉੱਥੇ ਔਰਤਾਂ ਤੇ ਲੜਕੀਆਂ ਨਹੀਂ ਜਾ ਸਕਦੀਆਂ ਜੀ। ਮੇਰੀ ਮਦਰ ਉੱਥੇ ਖੜੀ ਸੀਗੀ। ਮੇਰੀ ਮਦਰ ਨੇ ਜਸਮੀਤ ਨੂੰ ਕਿਹਾ, ਕਹਿੰਦੇ ਬੇਟਾ ਮੈਂ ਇੱਥੇ ਖੜੀ ਹਾਂ, ਕੋਈ ਨਹੀਂ ਰੋਕ ਸਕਦਾ ਤੈਨੂੰ। ਗੁਰੂ ਗ੍ਰੰਥ ਸਾਰਿਆਂ ਦਾ ਸਾਂਝਾ ਹੈ ਤੇ ਗੁਰੂ ਗ੍ਰੰਥ ਨੂੰ ਜਿਹੜਾ ਸਾਡੇ ਆਪਣੇ ਡੇਰਾਬਾਦ ਦੇ ਲੋਕ ਨੇ, ਜਿਹੜੇ ਆਪਣੇ ਬਾਬੇ ਕਹਿ ਲਓ ਜਾਂ ਐਨੀਥਿੰਗ, ਅਖੌਤੀ ਬਾਬੇ ਜਿਹਨੂੰ ਕਹਿ ਲਓ ਤੁਸੀਂ, ਉਹ ਹਮੇਸ਼ਾ ਇਹ ਦਰਸਾਉਂਦੇ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਇਹ ਨਰ ਹੈ। ਤੇ ਜਦੋਂ ਵੀ ਸੁਖਾਸਨ ਕਰਦੇ ਨੇ ਤਾਂ ਉਹ ਕੀ ਕਰਦੇ ਨੇ, ਆਲੇ ਦੁਆਲੇ ਉਹ ਆਪਣੇ ਕੱਪੜੇ ਤਾਣ ਲੈਂਦੇ ਨੇ ਕਿਉਂਕਿ ਕਹਿੰਦੇ ਵੀ ਜਦੋਂ
ਮੇਲ ਨੇ ਕੱਪੜੇ ਬਦਲਨੇ ਹੋਣ ਜੀ ਤਾਂ ਕਿਸੇ ਨੂੰ ਖਾਸ ਕਰਕੇ ਲੇਡੀ ਨੂੰ ਦੇਖਣ ਦੀ ਇਜਾਜ਼ਤ ਨਹੀਂ। ਸੋ ਜਦੋਂ ਜਸਮੀਤ ਨੇ ਇਹ ਹੱਲਾਸ਼ੇਰੀ ਮਿਲੀ ਹੈ, ਹਾਲਾਂਕਿ ਸਾਡੇ ਧਰਮ ਦੇ ਵਿੱਚ ਐਸੀ ਕੋਈ ਚੀਜ਼ ਨਹੀਂ, ਉਹ ਸਾਡਾ ਸ਼ਬਦ ਗੁਰੂ ਹੈ ਜੀ, ਐਂਡ ਇਟਸ ਵੀ ਕਾਲ ਇਟ ਲਿਵਿੰਗ ਗੁਰੂ, ਕਿਉਂਕਿ ਉਹ ਸਾਨੂੰ ਸਾਡੇ 10 ਨਾਨਕਾਂ ਦਾ ਸਾਨੂੰ ਮੈਸੇਜ ਦਿੰਦਾ ਹੈ ਉਹਦੇ ਵਿੱਚ। ਇਸ ਕਰਕੇ ਦੈਟਸ ਆਵਰ ਸ਼ਬਦ ਗੁਰੂ ਇਜ਼ ਆਵਰ ਗੁਰੂ ਜੀ। ਤੇ ਜਦੋਂ ਜਸਮੀਤ ਨੂੰ ਇਹ ਪਤਾ ਲੱਗਾ ਤਾਂ ਉਹਦੀ ਹੱਲਾਸ਼ੇਰੀ ਹੋਰ ਹੋ ਗਈ ਹੈ ਤੇ ਉਹ ਆਪਣੀ ਇਜਾਜ਼ਤ ਮਿਲ ਗਈ, ਜਾ ਸਕਦੀ ਹੈ। ਹਾਂ, ਤੇ ਉੱਥੇ ਗਈ ਹੈ ਤੇ ਬਾਅਦ ਦੇ ਵਿੱਚ ਮੈਨੂੰ ਯਾਦ ਹੈ ਬਿਜੀ ਵੀ ਨਾਲ ਉਹਦੇ ਗਏ ਸੀਗੇ ਤੇ ਕਹਿੰਦੇ ਨਹੀਂ ਐਸੀ ਕੋਈ ਗੱਲ ਨਹੀਂ, ਇਹ ਤੁਸੀਂ ਗੁਰਦੁਆਰੇ ਦੀ ਕੋਈ ਵੀ ਚੀਜ਼ ਤੁਸੀਂ ਲੜਕੀਆਂ ਤੋਂ ਔਰਤਾਂ ਤੋਂ ਤੁਸੀਂ ਸੀਮਿਤ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ। ਸੋ ਜਦੋਂ ਇਦਾਂ ਦੀਆਂ ਚੀਜ਼ਾਂ ਸਾਡੇ ਪਰਿਵਾਰ ਦੇ ਵਿੱਚ ਹੋਰ ਦੇਖੀਆਂ ਤੇ ਬੱਚਿਆਂ ਦੀ ਹੌਸਲਾ ਅਫਸਾਈ ਕਾਫੀ ਹੋਈ। ਦੂਸਰੀ, ਸਾਡੇ ਬਿਜੀ ਇਹ ਚਾਹੁੰਦੇ ਹੁੰਦੇ ਸੀਗੇ ਕਿ ਸਾਡੀ ਬੱਚੀਆਂ ਜਿਹੜੀਆਂ ਉਹਨਾਂ ਦਾ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੈ। ਹਾਂਜੀ, ਜਿਹੜੇ ਸਾਡੇ ਬਿਜੀ ਜਦੋਂ ਛੋਟੇ ਹੁੰਦੇ ਸੀਗੇ ਤੇ ਉਦੋਂ ਉਹਨਾਂ ਦੇ ਘਰ ਦੇ ਜਿਹੜੇ ਸਾਡੇ ਨਾਨਾ ਜੀ ਹੋ ਗਏ, ਹੋਰ ਪਰਿਵਾਰ ਦੇ ਜਿਹੜੇ ਮੇਲ ਮੈਂਬਰ ਸੀਗੇ, ਉਹਨਾਂ ਦਾ ਇਹ ਵਿਚਾਰ ਹੁੰਦਾ ਸੀਗਾ ਕਿ ਲੜਕੀਆਂ ਨੂੰ ਪੜ੍ਹਾਉਣਾ ਲਿਖਾਉਣਾ ਨਹੀਂ ਜੀ। ਤੇ ਜਦੋਂ ਉਹ ਬਾਹਰ ਚਲੇ ਜਾਂਦੇ ਸੀਗੇ ਤਾਂ ਬਿਜੀ ਦੀ ਇੱਕ ਕੋਈ ਸਹੇਲੀ ਹੁੰਦੀ ਸੀਗੀ ਗੁਆਂਢ ਦੇ ਵਿੱਚ, ਜਿਹੜੀ ਆਪਣੀ ਹਿੰਦੂ ਫੈਮਿਲੀ 'ਚ ਹੁੰਦੀ ਸੀਗੀ, ਤੇ ਜਦੋਂ ਚਲੇ ਜਾਣਾ ਤੇ ਬਿਜੀ ਨੇ ਡੱਖੇ ਦੇ ਨਾਲ ਧਰਤੀ ਤੇ ਬੈਠ ਕੇ ਊੜਾ ਐੜਾ ਸਿੱਖਿਆ ਉਹਦੇ ਕੋਲੋਂ। ਔਰ ਬਾਅਦ ਦੇ ਵਿੱਚ ਜਦੋਂ ਕਿਤੇ ਚਿੱਠੀ ਵਗੈਰਾ ਪੜ੍ਹਨ ਦੀ ਲੋੜ ਪੈਂਦੀ ਸੀਗੀ ਤਾਂ ਉਹ ਕਹਿ ਦਿੰਦੇ ਸੀ ਕਿ ਮੈਂ ਚਿੱਠੀ ਪੜ੍ਹ ਸਕਦੀ ਹਾਂ, ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ। ਸੋ ਦੇ ਵਰ ਆਲ ਸਰਪ੍ਰਾਈਜ਼ ਕਿ ਇਹਨੇ ਕਿੱਥੋਂ ਸਿੱਖ ਲਿਆ ਜੀ। ਸੋ ਜਦੋਂ ਇੱਦਾਂ ਦੀਆਂ ਚੀਜ਼ਾਂ ਸਾਨੂੰ ਸਾਹਮਣੇ ਆਈਆਂ, ਸੁਣਨ ਨੂੰ ਮਿਲੀਆਂ, ਤੇ ਸਾਡੇ ਵੀ ਹੌਸਲਾ ਅਫਸਾਈ ਬਹੁਤ ਹੋਈ ਹੈ। ਪਰ ਕਈ ਵਾਰ ਇਹ ਹੁੰਦਾ ਭੁਲਿੰਦਰ ਜੀ, ਗੁਰੂ ਗ੍ਰੰਥ ਦੀ ਗੱਲ ਹੋਰ ਹੈ, ਹਾਂਜੀ, ਮੰਨਣ ਵਾਲਿਆਂ ਦੀ ਗੱਲ ਹੋਰ ਹੈ। ਕਿਉਂਕਿ ਗੁਰੂ ਗ੍ਰੰਥ ਦੇ ਵਿੱਚ ਬਾਬੇ ਨਾਨਕ ਨੇ ਇਸਤਰੀ ਨੂੰ ਬਹੁਤ ਅਹਿਮੀਅਤ ਦਿੱਤੀ, ਬਹੁਤ ਉੱਚਾ ਦਰਜਾ ਦਿੱਤਾ ਹੈ। ਬਿਲਕੁਲ, ਉਹਦੀ ਵਜ੍ਹਾ ਇਹ ਹੈ ਕਿ ਤੁਹਾਡੀ ਸ਼ੁਰੂਆਤ ਜ਼ਿੰਦਗੀ ਤੋਂ ਇੱਕ ਇਸਤਰੀ ਤੋਂ ਹੁੰਦੀ ਹੈ। ਔਰ ਜਦ ਤੱਕ ਤੁਸੀਂ ਉਸ ਹਸਤੀ ਨੂੰ ਤੁਸੀਂ ਅੱਗੇ ਲੈ ਕੇ ਨਹੀਂ ਆਓਗੇ, ਉਹਨੂੰ ਬੜਾਵਾ ਨਹੀਂ ਦਿਓਗੇ, ਤੇ ਸਾਡੀ ਜਿਹੜੀ ਉਹ ਕੀ ਕਹਿੰਦੇ ਹੁੰਦੇ ਆ ਵੀ ਅੱਗੇ ਵਧਣ ਦੀ ਜਿਹੜੀ क्षमता ਹੈ ਉਹ ਘਟਦੀ ਜਾਏਗੀ। ਬਿਲਕੁਲ। ਪਰ ਅੱਜ ਵੀ ਕਈ ਐਸੇ ਪੇਰੈਂਟਸ ਹੈਗੇ ਨੇ ਜਿਹਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਕੁੜੀਆਂ ਨੇ ਸਾਡੇ ਘਰ ਤੇ ਬੋਝ ਬੈਠੀਆਂ ਨੇ, ਇਹਨਾਂ ਨੂੰ ਵੱਡਾ ਕਰਾਂਗੇ, ਇਹਨਾਂ ਲਈ ਦਾਜ ਦੇਣਾ ਪਏਗਾ, ਇਹਨਾਂ ਲਈ ਮੁੰਡਾ ਲੱਭਣਾ ਪਏਗਾ, ਫਿਰ ਪਤਾ ਨਹੀਂ ਮੁੰਡਾ ਇਹਨੂੰ ਖੁਸ਼ ਰੱਖੇਗਾ ਨਹੀਂ ਰੱਖੇਗਾ, ਸਾਡੇ ਤੇ ਕਿਸ ਤਰ੍ਹਾਂ ਦੀਆਂ ਔਕੜਾਂ ਆਣਗੀਆਂ। ਤੇ ਇਹਨਾਂ ਗੱਲਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਦੇਖੋ, ਇਸ ਤਰ੍ਹਾਂ ਹੈ ਕਿ ਉਹ ਸਾਡਾ ਜਿਹੜਾ ਸਮਾਜ ਹੈ ਨਾ, ਜਿਹੜੇ ਬਾਬੇ ਨਾਨਕ ਦਾ ਮੈਸੇਜ ਸੀਗਾ ਕਿ ਇਸਤਰੀ ਜਾਤੀ ਨੂੰ ਉੱਪਰ ਰੱਖਣਾ ਆ ਤਾਂ ਕਿ ਉਹ ਸਮਾਜ ਦੇ ਵਿੱਚ ਇੱਕ ਇਨਕਲਾਬ ਲਿਆਉਣਾ ਚਾਹੁੰਦੇ ਸੀਗੇ। ਹਾਂਜੀ। ਪਰ ਅਨਫੋਰਚੂਨੇਟਲੀ ਉਸ ਵੇਲੇ ਵੀ ਇਹ ਪ੍ਰਥਾ ਸੀਗੀਆਂ, ਤੁਹਾਡੀ ਆਪਣੀ ਸਤੀ ਪ੍ਰਥਾ ਵੀ ਸੀਗੀ, ਤੇ ਉਹਨਾਂ ਨੂੰ ਪੜ੍ਹਨ ਨਹੀਂ ਦੇਣਾ, ਤੇ ਉਹਨਾਂ ਨੂੰ ਫਲਾਣੇ ਜਗ੍ਹਾ ਡਿਊਰਿੰਗ ਸਰਟਨ ਡੇਜ਼ ਆਫ ਦ ਟਾਈਮ ਉਹ ਗੁਰਦੁਆਰੇ ਨਹੀਂ ਜਾ ਸਕਦੀਆਂ ਬਿਕਾਜ਼ ਆਫ ਪਵਿੱਤਰ ਹੁੰਦੀਆਂ। ਇਹਨਾਂ ਚੀਜ਼ਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਡੀਆਂ ਇਸਤਰੀਆਂ ਨੂੰ ਬਿਲਕੁਲ ਫ੍ਰੀ ਕਰ ਦਿੱਤਾ ਸੀਗਾ ਵੀ ਯੂ ਆਰ ਟੋਟਲੀ ਫ੍ਰੀ, ਯੂ ਕੈਨ ਗੋ ਐਨੀ ਪਲੇਸ ਐਂਡ ਐਨੀ ਪਲੇਸ ਯੂ ਵਾਂਟ। ਪਰ ਜਿਹੜਾ ਸਮਾਜ ਹੈ ਨਾ ਸਾਡਾ, ਸਮਾਜ ਵੀ ਮੈਂ ਤੇ ਤੁਸੀਂ ਬਣਾਉਂਦੇ ਆ, ਹੈ ਨਾ। ਅਸੀਂ ਜੇ ਮੰਨਣਾ ਸ਼ੁਰੂ ਕਰ ਦਈਏ ਸਮਾਜ ਦੇ ਜਿਹੜੇ ਫਜ਼ੂਲ ਜਿਹੜੇ ਨਿਯਮ ਜਿਹੜੇ ਬਣਾਏ ਹੋਏ ਨੇ, ਤਾਂ ਫਿਰ ਅਸੀਂ ਵੀ ਉਸ ਹੀ ਹਿੱਸੇ 'ਚ ਹੋ ਗਏ ਨਾ। ਬਿਲਕੁਲ। ਤੁਸੀਂ ਬਿਜ਼ਨਸਮੈਨ ਹੋ, ਸ਼ੁਰੂ ਤੋਂ ਹੀ ਬਿਜ਼ਨਸ ਦੇ ਵਿੱਚ ਰਹੇ ਹੋ, ਲੇਕਿਨ ਜਿਹੜੇ ਤੁਹਾਡੇ ਬੱਚੇ ਨੇ ਉਹ ਡਾਕਟਰ ਨੇ। ਅੱਜ ਜਸਮੀਤ ਕੌਰ ਡਾਕਟਰ ਹੈ, MD ਹੈ। ਇਹ ਲਾਈਨ ਕਿਵੇਂ ਆਈ? ਕਿਉਂਕਿ ਬੱਚੇ ਜਦੋਂ ਘਰ ਵਿੱਚ ਦੇਖਦੇ ਨੇ ਕਿ ਪਾਪਾ ਕੋਈ ਬਿਜ਼ਨਸ ਕਰ ਰਹੇ ਤਾਂ ਬੱਚਿਆਂ ਨੂੰ ਵੀ ਹੁੰਦਾ ਕਿ ਅਸੀਂ ਵੀ ਇਸੇ ਤਰ੍ਹਾਂ ਦਾ ਕੁਝ ਬਿਜ਼ਨਸਮੈਨ ਬਣਾਂਗੇ ਜਾਂ ਕੁਝ ਅਲੱਗ ਤੋਂ ਜੌਬ ਕਰਾਂਗੇ। ਲੇਕਿਨ ਐਜ਼ ਅ ਡਾਕਟਰ ਕਿਵੇਂ ਉਹਨਾਂ ਦੇ ਜ਼ਹਿਨ ਵਿੱਚ ਆਇਆ, ਜਸਮੀਤ ਦੇ ਜ਼ਹਿਨ ਵਿੱਚ, ਕਿ ਮੈਨੂੰ ਡਾਕਟਰ ਦੀ ਲਾਈਨ ਚੂਜ਼ ਕਰਨੀ ਹੈ? ਇਸ ਤਰ੍ਹਾਂ ਹੈ ਕਿ ਜਿੱਦਾਂ ਉਹਨਾਂ ਨੂੰ ਅਸੀਂ ਬਾਬੇ ਨਾਨਕ ਦੀ ਸਿੱਖਿਆ ਤੇ ਗੁਰੂ ਗ੍ਰੰਥ ਦੀ ਸਿੱਖਿਆ ਉਹਨਾਂ ਦੇ ਨਾਲ ਸਾਂਝੀ ਕੀਤੀ ਹੈ ਉਹਨਾਂ ਦੇ ਪਰਵਰਿਸ਼ ਦੇ ਵਿੱਚ। ਹਾਂਜੀ। ਤਾਂ ਕਿ ਉਦੋਂ ਉਹਨਾਂ ਨੂੰ ਦੱਸਿਆ ਗਿਆ, ਮੇਰੇ ਪੇਰੈਂਟਸ ਵੱਲੋਂ, ਇਹਨਾਂ ਦੀ ਮਾਂ ਵੱਲੋਂ, ਇਹਨਾਂ ਦੀ ਨਾਨੀ ਵੱਲੋਂ ਜੀ, ਕਿ ਸੇਵਾ ਜਿਹੜੀ ਹੈਗੀ ਆ ਸਾਡੇ ਧਰਮ ਦੇ ਵਿੱਚ ਅਹਿਮ ਹੈ ਜੀ। ਤੋ ਸੇਵਾ ਦਾ ਮਤਲਬ ਸੇਵਾ ਕਈ ਕਿਸਮ ਦੀ ਹੋ ਸਕਦੀ, ਇਨਸਾਨਾਂ ਦੀ ਸੇਵਾ ਹੋ ਸਕਦੀ ਆ, ਤੁਸੀਂ ਗੁਰਦੁਆਰੇ ਜਾ ਕੇ ਪਾਂਡਿਆਂ ਦੀ ਸੇਵਾ ਕਰ ਸਕਦੇ ਹੋ, ਜਾਂ ਤੁਸੀਂ ਕਿਸੇ ਦੀ ਮਰਮ ਪੱਟੀ ਕਰ ਸਕਦੇ ਹੋ। ਦੇਖੋ ਨਾ, ਸਾਡੇ ਗੁਰੂਆਂ ਨੇ ਜਦੋਂ ਵੀ ਸਾਡੇ ਧਰਮਸਾਲ ਬਣਾਈਆਂ, ਜਿੰਨਾ ਅਸੀਂ ਗੁਰਦੁਆਰਾ ਦਾ ਨਾਂ ਹੋ ਗਿਆ ਹੈ, ਹਾਲਾਂਕਿ ਉਹਨੂੰ ਅਸੀਂ ਗੁਰੂ ਘਰ ਵੀ ਕਹਿ ਦਿੰਦੇ ਹਾਂ, ਪਰ ਇਟਸ ਰੋਂਗ, ਇਟਸ ਨਾਟ ਗੁਰੂ ਘਰ, ਕਿਉਂਕਿ ਗੁਰੂ ਦਾ ਘਰ ਇਹ ਹੈ, ਗੁਰੂ ਸਾਡੇ ਵਿੱਚ ਬੈਠਾ ਹੈ, ਉਹਦਾ ਨਾਂ ਹੀ ਹੈ ਗੁਰੂਦੁਆਰਾ, ਜਿੱਥੋਂ ਅਸੀਂ ਜਾ ਕੇ ਕੁਝ ਸਿੱਖਣਾ ਹੈ।
ਹੈ ਨਾ? ਜੀ। ਤੇ ਜਦੋਂ ਅਸੀਂ ਐਸੀਆਂ ਸੰਸਥਾ ਬਣਾਈਆਂ ਆਪਣੇ ਗੁਰਦੁਆਰੇ ਦੀਆਂ, ਉੱਥੇ ਜਾ ਕੇ ਫਿਰ ਸਾਨੂੰ ਗੁਰੂ ਗ੍ਰੰਥ ਦੇ ਵਿੱਚੋਂ ਜਿਹੜਾ ਸਾਨੂੰ ਮੈਸੇਜ ਮਿਲਦਾ ਸੀਗਾ ਕਿ ਅਸੀਂ ਸੇਵਾ ਸਾਡੇ ਲਈ ਅਹਿਮ ਹੈਗੀ ਆ। ਔਰ ਜਦੋਂ ਵੀ ਸਾਡਾ ਗੁਰਦੁਆਰਾ ਬਣਿਆ ਆ ਤਾਂ ਉੱਥੇ ਇਹ ਦੇਖ ਲਓ ਵੀ ਤੁਹਾਡੇ ਗੁਰਦੁਆਰੇ ਦੇ ਵਿੱਚ ਕਲੀਨਿਕ ਵੀ ਹੁੰਦੀ ਸੀਗੀ ਗੁਰੂਆਂ ਦੇ ਟਾਈਮ ਤੋਂ, ਅਖਾੜੇ ਵੀ ਹੁੰਦੇ ਸੀਗੇ, ਤੇ ਆਪਣੇ ਪੜ੍ਹਾਈ ਲਿਖਾਈ ਵਾਸਤੇ ਸਕੂਲ ਵੀ ਹੁੰਦੇ ਸੀਗੇ। ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਸੋਚ ਸੀ ਸਾਡੇ ਗੁਰੂਆਂ ਦੀ, ਅਸੀਂ ਸਮਾਜ ਨੂੰ ਇੰਨੀ ਦੂਰ ਲੈ ਕੇ ਜਾਣਾ ਹੈ ਕਿ ਜਿੱਥੇ ਇਸਤਰੀਆਂ ਨੂੰ ਪੂਰੀ ਮੁਕੰਮਲ ਆਜ਼ਾਦੀ ਮਿਲ ਸਕੇ। ਜੀ। ਤੇ ਜਦੋਂ ਬੱਚਿਆਂ ਨੇ ਸਿੱਖਿਆ ਤੇ ਜਸਮੀਤ ਵਾਸ ਦਾ ਫਰਸਟ ਵਨ। ਉਹ ਜਸਮੀਤ ਆ ਕੇ ਮੈਨੂੰ ਕਹਿੰਦੀ ਹੈ ਵੀ ਡੈਡ ਮੈਂ ਡਾਕਟਰ ਬਣਨਾ ਚਾਹਾਂਗੀ ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ। ਬੜੀ ਮਿਹਨਤ ਕੀਤੀ ਉਹਨੇ। ਉਹਨੂੰ ਲੀਡ ਦੇ ਵਿੱਚ ਦੇਖ ਕੇ ਜਿਹੜੇ ਉਹਦੇ ਛੋਟੇ ਦੋ ਭੈਣ ਭਰਾ ਸੀਗੇ, ਉਹ ਕਹਿੰਦੇ ਪੱਲਾ ਫੜ ਕੇ ਨਿਕਲ ਗਿਆ। ਉਹ ਵੀ ਡਾਕਟਰ ਬਣ ਗਏ। ਉਹ ਵੀ ਡਾਕਟਰ ਬਣ ਗਿਆ ਜੀ। ਤੇ ਉਹਨਾਂ ਨੂੰ ਜਿਹੜੀ ਸਾਡੀ ਸਿੱਖ ਸੀਗੀ ਸਾਡੇ ਵੱਲੋਂ ਇਹ ਸੀਗੀ ਕਿ ਮੈਂ ਕਿਹਾ ਬੇਟਾ ਡਾਕਟਰੀ ਪੇਸ਼ੇ ਵਿੱਚ ਜਾਣਾ ਹੈ, ਸਿਰਫ ਪੈਸੇ ਕਮਾਉਣ ਨਹੀਂ ਜਾਣਾ। ਯੂ ਆਰ ਦੇਅਰ ਟੂ ਸਰਵ ਦ ਪੀਪਲ, ਯੂ ਆਰ ਦੇਅਰ ਟੂ ਸਰਵ ਏ ਕਮਿਊਨਿਟੀ, ਹੈ ਨਾ? ਤੇ ਇਹਦੇ ਵਿੱਚ ਜਦੋਂ ਤੁਹਾਡੇ ਅੱਗੇ ਕੋਈ ਸਟ੍ਰੈਚਰ ਦੇ ਵਿੱਚ ਕੋਈ ਮਰੀਜ਼ ਆ ਜਾਵੇ, ਹਾਂਜੀ, ਤੁਹਾਨੂੰ ਸਿਰਫ ਉਹਦੇ ਵਿੱਚ ਤੁਹਾਡਾ ਧਰਮ ਤੁਹਾਨੂੰ ਇਹ ਕਹਿੰਦਾ ਹੈ ਕਿ ਤੁਸੀਂ ਉਹਦੇ ਵਿੱਚ ਮਰੀਜ਼ ਦੇਖਣਾ ਹੈ, ਨਾ ਹਿੰਦੂ ਦੇਖਣਾ ਹੈ, ਨਾ ਮੁਸਲਮਾਨ ਦੇਖਣਾ ਹੈ, ਨਾ ਕੋਈ ਕ੍ਰਿਮੀਨਲ ਦੇਖਣਾ ਹੈ, ਨਾ ਕੋਈ ਐਨੀਥਿੰਗ ਐਲਸ। ਹਾਂਜੀ। ਡਾਕਟਰਸ ਰਿਲੀਜਨ ਇਜ਼, ਡਾਕਟਰ ਦਾ ਜਿਹੜਾ ਧਰਮ ਹੈਗਾ ਕਿ ਉਸ ਵੇਲੇ ਉਸ ਬੰਦੇ ਦੀ ਜਾਨ ਸੁਰੱਖਿਅਤ ਕਰਨੀ। ਬਿਲਕੁਲ ਬਿਲਕੁਲ। ਔਰ ਇਹ ਪੜਾਇਆ ਵੀ ਜਾਂਦਾ, ਇਹ ਓਥ ਵੀ ਦਿੱਤੀ ਜਾਂਦੀ। ਬਿਲਕੁਲ ਬਿਲਕੁਲ। ਹਾਂ, ਜਿਹੜੀ ਲਾਸਟ ਉਹਨਾਂ ਦੇ ਹਿਪੋਕ੍ਰੈਟਿਕਲ ਜਿਹੜੀ ਓਥ ਹੁੰਦੀ ਹੈ, ਹਾਂਜੀ, ਉਹ ਵੀ ਐਸੀ ਹੁੰਦੀ ਹੈ ਜੀ। ਤੇ ਉਹਦੇ ਵਿੱਚ ਫਿਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਮਨੀ ਸ਼ੁੱਡ ਬੀ ਦ ਬਾਈ ਪ੍ਰੋਡਕਟ ਆਫ ਯੋਰ ਹਾਰਡ ਵਰਕ, ਡੋਂਟ ਗੋ ਆਫਟਰ ਦ ਮਨੀ, ਪੈਸੇ ਆਪਣੇ ਆਪ ਤੁਹਾਡੇ ਪਾਸ ਕਮਾਈ ਕਰਕੇ ਆ ਜਾਣਗੇ, ਰਾਈਟ। ਤੁਸੀਂ ਸੇਵਾ ਦਾ ਭਾਵ ਅੱਗੇ ਰੱਖੋ। ਕਿਉਂਕਿ ਇਹੀ ਸਾਨੂੰ ਸਿੱਖਿਆ ਜਿਹੜੀ ਬਾਬੇ ਨਾਨਕ ਤੋਂ ਮਿਲੀ ਹੈ ਤੇ 10ਵੇਂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜਿਹੜੀ ਸਿੱਖਿਆ ਮਿਲੀ ਹੈ ਕਿ ਸੇਵਾ ਕਰਨੀ ਹੈ। ਕਿੰਨੇ ਐਗਜ਼ਾਮਪਲ ਤੁਹਾਨੂੰ ਮਿਲਦੇ, ਭਾਈ ਕਨਈਆ ਦਾ ਐਗਜ਼ਾਮਪਲ ਹੈਗਾ। ਸਾਡੇ ਧਰਮ ਦੇ ਵਿੱਚ ਕਿੰਨੇ ਐਗਜ਼ਾਮਪਲ ਸੇਵਾ ਦੇ ਬਣੇ ਹੋਏ ਨੇ। ਜੇ ਤੁਸੀਂ ਸਹੀ ਤਰੀਕੇ ਨਾਲ ਸੋਚੋ ਭੁਲਿੰਦਰ ਵੀਰ, ਰੈੱਡ ਕਰਾਸ ਦੇ ਜਨਮਦਾਤਾ ਭਾਈ ਕਨਈਆ ਜੀ ਨੇ। ਬਿਲਕੁਲ ਠੀਕ ਗੱਲ ਤੁਸੀਂ ਕਹੀ ਹੈ। ਬਿਲਕੁਲ। ਜੇ ਉਹਨਾਂ ਨੇ ਵੀ ਧਰਮ ਨੂੰ ਦੇਖ ਕੇ ਧਰਮ ਨੂੰ ਇੱਕ ਸਾਈਡ ਤੇ ਰੱਖਿਆ ਤੇ ਪਾਣੀ ਹਰ ਕਿਸੇ ਨੂੰ ਪਿਲਾਇਆ। ਹਰ ਕਿਸੇ ਨੂੰ ਪਿਲਾਇਆ। ਕਿਉਂਕਿ ਉਹ ਜਦੋਂ ਦਸਮ ਪਾਤਸ਼ਾਹ ਦੇ ਕੋਲ ਲੈ ਕੇ ਗਏ ਉਹਨਾਂ ਨੂੰ, ਕਹਿੰਦੇ ਇਹਦੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਹੈ। ਤਾਂ ਪੁੱਛਿਆ ਗਿਆ ਤੇ ਉਹ ਕਹਿੰਦੇ ਪਾਤਸ਼ਾਹ ਮੈਨੂੰ ਤੇ ਹਰ ਪਾਸੇ ਮੈਨੂੰ ਰੱਬ ਹੀ ਦਿਖਦਾ ਹੈ। ਬਿਲਕੁਲ। ਮੈਨੂੰ ਕੀ ਪਤਾ ਕਿ ਕੌਣ ਮੁਸਲਮਾਨ ਹੈ ਕੌਣ ਸਿੱਖ ਹੈ। ਬਿਲਕੁਲ। ਪਰ ਪੇਰੈਂਟਸ ਬੱਚਿਆਂ ਨੂੰ ਜ਼ਰੂਰ ਸਿੱਖਿਆ ਦਿੰਦੇ ਨੇ ਕਿ ਬੇਟਾ ਤੁਸੀਂ ਆਜ਼ਾਦੀ ਵੀ ਦਿੰਦੇ ਨੇ ਕਿ ਕੁਝ ਵੀ ਬਣੋ, ਚਾਹੇ ਤੁਸੀਂ ਡਾਕਟਰ ਬਣੋ, ਲਾਇਰ ਬਣੋ, IT ਇੰਡਸਟਰੀ ਵੀ ਜਾਓ ਜਾਂ ਕਿਸੇ ਹੋਰ ਜੌਬ ਕਰੋ, ਆਪਣਾ ਬਿਜ਼ਨਸ ਕਰੋ। ਲੇਕਿਨ ਬਹੁਤ ਹੀ ਵਿਰਲੇ ਪੇਰੈਂਟਸ ਹੁੰਦੇ ਨੇ, ਤੁਹਾਡੀ ਅਸੀਂ ਗੱਲ ਛੱਡ ਦਿੰਦੇ ਹਾਂ, ਲੇਕਿਨ ਬਹੁਤ ਹੀ ਘੱਟ ਪੇਰੈਂਟਸ ਹੁੰਦੇ ਨੇ, ਜਾਂ ਮੈਂ ਕਹਾਂਗਾ ਕਿ ਬਹੁਤ ਹੀ ਗਿਣੇ ਮਿੱਥੇ ਹੀ ਪੇਰੈਂਟਸ ਆਪਣੇ ਬੱਚਿਆਂ ਨੂੰ ਕਹਿੰਦੇ ਹੋਣਗੇ ਕਿ ਬੇਟਾ ਤੁਸੀਂ ਪੋਲੀਟੀਸ਼ੀਅਨ ਬਣੋ। ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਕੀ ਤੁਸੀਂ ਹੱਲਾਸ਼ੇਰੀ ਦਿੱਤੀ ਜਸਪੀਤ ਨੂੰ ਪੋਲੀਟੀਸ਼ੀਅਨ ਬਣਨ ਦੀ, ਜਾਂ ਉਹਦੇ ਵਿੱਚ ਇਹ ਜਿਹੜਾ ਗੁਣ ਹੈ ਉਹ ਆਪਣੇ ਆਪ ਬਾਹਰ ਆਇਆ? ਇਸ ਤਰ੍ਹਾਂ ਸੀਗਾ ਕਿ ਮੈਂ ਪਰਸਨਲੀ ਤੌਰ ਤੇ ਪੋਲੀਟਿਕਸ ਤੋਂ ਦੂਰ ਰਹਿਣਾ ਚਾਹੁੰਦਾ ਸੀਗਾ ਜੀ। ਤੇ ਜਸਮੀਤ ਨੇ ਮੈਨੂੰ ਅਪਰੋਚ ਕੀਤੀ ਹੈ, ਕਹਿੰਦੇ ਕਿ ਡੈਡ ਆਈ ਥਿੰਕ ਦੈਟ ਆਈ ਵਾਂਟ ਟੂ ਰਨ ਫॉर द ਆਫਿਸ। ਕਿਉਂਕਿ ਜਿਹੜੀ ਮੇਰੀ ਐਜੂਕੇਸ਼ਨ ਹੈ ਐਜ਼ ਅ ਡਾਕਟਰ, ਕਿਉਂਕਿ ਹੈਲਥ ਕੇਅਰ ਦਾ ਸਿਸਟਮ ਇਜ਼ ਰਨਿੰਗ ਥਰੂ ਦ ਹਿਊਜ ਚੈਲੰਜ ਇਨ ਦਿਸ ਕੰਟਰੀ। ਜੀ। ਤੇ ਮੈਂ ਕਿਹਾ ਕੋਈ ਨਹੀਂ ਬੇਟਾ, ਸੋਚ ਕੇ ਦੱਸਾਂਗੇ, ਕਿਉਂਕਿ ਪੋਲੀਟਿਕਸ ਜਿਹੜੀ ਨਾ ਬੜੀ ਗੰਦੀ ਜੀ ਗੇਮ ਹੈ ਤੇ ਤੁਸੀਂ ਸੇਵਾ ਉਸ ਤਰ੍ਹਾਂ ਵੀ ਕਰ ਸਕਦੇ ਹੋ। ਤੇ ਉਹਨੇ ਬਹੁਤੀ ਗੱਲ ਨਹੀਂ ਕੀਤੀ। ਤੇ ਫਿਰ ਮੈਨੂੰ ਫਿਰ ਟੈਲੀਫੋਨ ਆਇਆ, ਇਹਨਾਂ ਦੀ ਕੋਈ ਆਰਗੇਨਾਈਜੇਸ਼ਨ ਸੀਗੀ, ਤੇ ਉਹਨਾਂ ਨੇ ਕਿਹਾ ਮੈਨੂੰ ਕਿ ਸਾਨੂੰ ਕੀ ਤੁਸੀਂ ਆਪਣੀ ਬੇਟੀ ਦੇ ਸਕਦੇ ਹੋ ਪੋਲੀਟਿਕਸ ਵਾਸਤੇ, ਕਿਉਂਕਿ ਸਾਨੂੰ ਇੱਕ ਪੜ੍ਹਿਆ ਲਿਖਿਆ ਡਾਕਟਰ ਚਾਹੀਦਾ ਹੈ ਪੋਲੀਟਿਕਸ ਆਉਣ ਦੇ ਵਿੱਚ, ਕਿਉਂਕਿ ਹੈਲਥ ਕੇਅਰ ਦਾ ਸਾਡਾ ਸਿਸਟਮ ਇੰਨਾ ਗਰਕ ਹੋ ਚੁੱਕਾ ਹੈ ਤਾਂ ਕਿ ਸਾਨੂੰ ਇਹਦੀ ਐਕਸਪਰਟੀਜ਼ ਚਾਹੀਦੀ ਹੈ। ਤੇ ਮੈਂ ਬੈਠ ਕੇ ਸੋਚਿਆ, ਮੈਂ ਕਿਹਾ ਵੀ ਹੱਦ ਹੋ ਗਈ ਯਾਰ, ਮੈਂ ਆਪਣੀ ਬੇਟੀ ਨੂੰ ਪਿੱਛੇ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਲੋਕਾਂ ਦੀ ਡਿਮਾਂਡ ਵੱਧ ਰਹੀ ਹੈ ਕਿ ਸਾਨੂੰ ਆਪਣੀ ਧੀ ਦੇ ਦਿਓ ਪੋਲੀਟਿਕਸ ਲਈ। ਪਰ ਪੋਲੀਟਿਕਸ ਜਿਹੜਾ ਵਰਡ ਹੈ, ਇਹ ਪਹਿਲਾ ਵਰਡ ਜਿਹੜਾ ਸ਼ੁਰੂ ਹੋਇਆ ਸੀ ਰਾਜਨੀਤੀ, ਸਿਆਸਤ, ਇਹ ਸੀ ਸੇਵਾ, ਕਿ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈ, ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨੀ ਹੈ, ਆਪਣੇ ਸ਼ਹਿਰ ਦੇ, ਆਪਣੇ ਮੁਲਕ ਦੇ ਲੋਕਾਂ ਦੀ ਸੇਵਾ ਕਰਨੀ ਹੈ। ਪਰ ਪੋਲੀਟਿਕਸ ਹੌਲੀ ਹੌਲੀ ਜਿਹੜਾ ਅਲਫਾਜ਼ ਹੈ ਉਹ ਗੰਦਲਾ ਹੁੰਦਾ ਗਿਆ, ਕਿਉਂਕਿ ਪੇਸ਼ਾ ਬਣਾ ਲਿਆ ਲੋਕਾਂ ਨੇ ਇਸ ਨੂੰ।
ਪੋਲਿਟਿਕਸ ਨੂੰ ਪੇਸ਼ਾ ਬਣਾ। ਦੇਖੋ ਜੀ, ਜਦੋਂ ਵੀ ਤੁਸੀਂ ਕਿਸੇ ਆਪਣੇ ਚੀਜ਼ ਨੂੰ ਪੇਸ਼ਾ ਤੁਸੀਂ ਬਣਾ ਲਓ ਜੀ, ਉਹਦੇ ਵਿੱਚ ਫਿਰ ਇਨਫਿਲਟ੍ਰੇਸ਼ਨ ਹੋ ਜਾਂਦੀ ਹੈ। ਤੁਸੀਂ ਜਿਹੜੀ ਤੁਹਾਡੀ ਦੇਖਣ ਦੀ ਜਿਹੜੀ ਨਜ਼ਰ ਹੈ ਨਾ, ਉਹ ਬਦਲ ਜਾਂਦੀ ਹੈ। ਫਿਰ ਤੁਸੀਂ ਪੇਸ਼ੇ ਨੂੰ ਜਦੋਂ ਪੇਸ਼ਾ ਦੇਖੋਗੇ, ਤੁਸੀਂ ਨਫਾ ਨੁਕਸਾਨ ਦੇਖੋਗੇ, ਤੇ ਤੁਸੀਂ ਹਮੇਸ਼ਾ ਨਫੇ ਵੱਲ ਜਾਓਗੇ, ਨੁਕਸਾਨ ਵੱਲ ਨਹੀਂ ਜਾਓਗੇ। ਅਨਫੋਰਚੂਨੇਟਲੀ ਭਾਵੇਂ ਤੁਸੀਂ ਹਿੰਦੁਸਤਾਨ ਦੇ ਵਿੱਚ ਦੇਖ ਲਓ, ਕਿਸੇ ਹੋਰ ਮੁਲਕਾਂ ਦੇ ਵਿੱਚ ਦੇਖ ਲਓ, ਇਹ ਇੱਕ ਪੇਸ਼ਾ ਬਣ ਚੁੱਕਾ ਹੈ। ਔਰ ਜਿਹੜੀ ਸਭ ਤੋਂ ਬੜੀ ਜਿਹੜੀ ਪ੍ਰੋਬਲਮ ਸਾਡੇ ਪੋਲੀਟੀਸ਼ੀਅਨਸ ਇਸ ਵੇਲੇ ਆ ਚੁੱਕੀ ਹੈ, ਇੱਕ ਤਾਂ ਪੇਸ਼ਾ, ਦੂਸਰਾ ਐਜੂਕੇਸ਼ਨ ਬਹੁਤੀ ਉਹਨਾਂ ਪਾਸ ਹੈ ਨਹੀਂ। ਪਰ ਇੱਥੇ ਮੈਂ ਇੱਕ ਥੋੜਾ ਜਿਹਾ ਤੁਹਾਨੂੰ ਕਰੈਕਟ ਕਰਨਾ ਚਾਹਾਂਗਾ ਕਿ ਕਿਤੇ ਨਾ ਕਿਤੇ ਤੁਸੀਂ ਇਸ ਨਾਲ ਕੀ ਇਤਫਾਕ ਰੱਖਦੇ ਹੋ, ਕਿਉਂਕਿ ਕੋਈ ਵੀ ਪ੍ਰੋਫੈਸ਼ਨ ਲੈ ਲਓ, ਉਸ ਵਿੱਚ ਪੋਜ਼ਿਟਿਵ ਨੈਗੇਟਿਵ ਦੋਨੋਂ ਇੰਪੈਕਟ ਜਿਹੜੇ ਨੇ ਇਕੱਠੇ ਚੱਲਦੇ ਨੇ। ਜੇਕਰ ਅਸੀਂ ਬਿਜ਼ਨਸਮੈਨ ਦੀ ਗੱਲ ਕਰੀਏ ਤਾਂ ਕੋਈ ਐਸਾ ਬਿਜ਼ਨਸਮੈਨ ਵਿਰਲਾ ਹੀ ਹੋਏਗਾ ਜਿਸ ਨੇ ਆਪਣੇ ਬਿਜ਼ਨਸ ਨੂੰ ਚਲਾਉਣ ਲਈ ਝੂਠ ਨਹੀਂ ਬੋਲਿਆ ਹੋਏਗਾ। ਲਾਇਰ ਕ੍ਰਿਮੀਨਲ ਦਾ ਸਾਥ ਵੀ ਦਿੰਦੇ ਨੇ, ਝੂਠ ਬੋਲਦੇ ਨੇ। IT ਇੰਡਸਟਰੀ ਵਿੱਚ ਵੀ ਕਿਤੇ ਨਾ ਕਿਤੇ ਬੇਈਮਾਨੀ ਆਂਦੀ ਹੈਗੀ ਹੈ। ਜੇਕਰ ਅਸੀਂ ਡਾਕਟਰਸ ਦਾ ਪ੍ਰੋਫੈਸ਼ਨ ਦੇਖਦੇ ਹਾਂ, ਉਹ ਡਾਕਟਰਸ ਵੀ ਤੁਹਾਡੇ ਨਜ਼ਰ ਵਿੱਚ ਹੋਣਗੇ ਜਿਹੜੇ ਕਿਡਨੀਆਂ ਵੇਚਦੇ ਨੇ, ਅੱਖਾਂ ਵੇਚਦੇ ਨੇ, ਉਹ ਆਪਣਾ ਬਿਜ਼ਨਸ ਉਸ ਤਰ੍ਹਾਂ ਚਲਾਉਂਦੇ ਨੇ। ਫਿਰ ਪੋਲਿਟਿਕਸ ਤੋਂ ਦੂਰ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਕਰ ਰਹੇ ਹਾਂ? ਇਹ ਮੇਰਾ ਖਿਆਲ ਸੀਗਾ, ਪਰ ਬੇਟੀ ਦੇ ਆਉਣ ਵਾਸਤੇ ਆਈ ਹੈਵ ਚੇਂਜਡ ਮਾਈ ਥਾਟ ਪ੍ਰੋਸੈਸ। ਮੈਂ ਹੁਣ ਤੇ ਜਸਮੀਤ ਜਿਹੜਾ ਕੰਮ ਕਰ ਰਹੀ ਹੈ ਕਿ ਸ਼ੀ ਇਜ਼ ਟਰਾਈਂਗ ਟੂ ਕ੍ਰੀਏਟ ਅ ਚੈਨਲ। ਉਹ ਕਹਿੰਦੀ ਵੀ ਡੈਡ ਆਈ ਐਮ ਗੋਇੰਗ ਟੂ ਪੇਵ ਅ ਰੋਡ, ਕਹਿੰਦੇ ਕਿ ਮੈਂ ਪਗਡੰਡੀ ਬਣਾ ਰਹੀ ਹਾਂ ਜੀ। ਹੋਰ ਜਿਹੜੀ ਜਨਰੇਸ਼ਨ ਆਏਗੀ ਉਹਨੂੰ ਪੱਕੀ ਰੋਡ ਬਣਾਉਣਗੇ। ਕਹਿੰਦੇ ਵੀ ਸਾਨੂੰ 100 ਸਾਲ ਤੋਂ ਜ਼ਿਆਦਾ ਹੋ ਗਏ ਅਮਰੀਕਾ ਆਇਆਂ ਨੂੰ, ਤੇ ਸਾਡੀ ਅਜੇ ਤੱਕ ਸਾਡੀ ਉਹ ਸਟੇਬਲ ਤੇ ਬਹਿ ਕੇ ਸਾਡਾ ਨੈਗੋਸ਼ੀਏਸ਼ਨ ਨਹੀਂ ਹੋ ਪਾਉਂਦਾ। ਕਿਉਂਕਿ ਜਦੋਂ ਇੱਧਰਲੇ ਪੋਲੀਟੀਸ਼ੀਅਨ ਸਾਡੇ ਪਾਸ ਆਉਂਦੇ ਨੇ ਨਾ ਜੀ, ਸਾਡੇ ਪਾਸ ਫੰਡ ਰੇਜ਼ਰ ਵੀ ਕਰਾਉਂਦੇ ਨੇ, ਸਭ ਕੁਝ ਕਰਦੇ ਨੇ, ਪਰ ਜਿਹੜਾ ਸਾਡਾ ਕੰਮ ਕੋਈ ਕਰਨਾ ਹੋਵੇ, ਜਿੱਦਾਂ ਆਪਾਂ ਬੱਚੀ ਨੇ ਹੁਣ ਆਪਣੀ ਸਿੱਖ ਨਸਲ ਕੁਸ਼ੀ ਦਾ ਜਿਹੜਾ ਉਹਨੇ ਪਾਸ ਕਰਾਇਆ ਹੈ, ਹਾਂਜੀ, ਸਾਰੇ ਗੱਲ ਕਰਦੇ ਸੀਗੇ, ਪਰ ਜਦੋਂ ਟੇਬਲ ਟਾਕ ਹੁੰਦੀ ਸੀਗੀ, ਸਾਡਾ ਕੋਈ ਰੈਪਰੈਜ਼ੈਂਟੇਸ਼ਨ ਉੱਥੇ ਨਹੀਂ ਸੀਗਾ। ਨਹੀਂ ਸੀ, ਬਿਲਕੁਲ ਠੀਕ ਹੈ। ਹੁਣ ਇਹਦੇ ਆਉਣ ਨਾਲ ਰੈਪਰੈਜ਼ੈਂਟੇਸ਼ਨ ਹੋ ਗਿਆ, ਇਸ ਕਰਕੇ ਜਿਹੜੇ ਸਾਡੇ ਹੋਰ ਵੀ ਮਤੇ ਨੇ, ਕਈ ਵਾਰੀ ਤੁਹਾਨੂੰ ਦਸਤਾਰ ਦਾ ਮਤਾ ਆ ਜਾਂਦਾ ਹੈ, ਕਿ ਸਾਨੂੰ 5 ਕਕਾਰਾਂ ਦਾ ਮਤਾ ਆ ਜਾਂਦਾ ਹੈ, ਕਈ ਵਾਰੀ ਬੱਚਿਆਂ ਨੂੰ ਸਕੂਲ ਦੇ ਵਿੱਚ ਪਟਕੇ ਦੇ ਨਾਲ ਪਰੇਸ਼ਾਨੀ ਆ ਜਾਂਦੀ ਹੈ। ਜਿਹੜੇ ਹੋਰ ਵੀ ਮਤੇ ਨੇ, ਨਾਓ ਵੀ ਹੈਵ ਰੈਪਰੈਜ਼ੈਂਟੇਟਿਵ ਹੂ ਇਜ਼ ਸਿਟਿੰਗ ਔਨ ਦ ਟੇਬਲ ਟੂ ਡਿਸਕਸ ਥੀਸ ਫॉर ਦ ਕਮਿਊਨਿਟੀ। ਪਰ ਇਹ ਵੀ ਉਹਨੂੰ ਸਿੱਖਿਆ ਬੱਚੀ ਨੂੰ ਹੈਗੀ ਆ। ਜਦੋਂ ਤੁਸੀਂ ਕਮਿਊਨਿਟੀ ਦੀ ਗੱਲ ਕਰਦੇ ਹੋ ਨਾ ਬੇਟਾ, ਇਟਸ ਨਾਟ ਓਨਲੀ ਸਿੱਖ ਕਮਿਊਨਿਟੀ। ਬਾਬੇ ਨਾਨਕ ਜਿਹੜਾ ਫਲਸਫਾ ਹੈਗਾ ਕਿ ਅਸੀਂ ਸਾਰਿਆਂ ਨੂੰ ਕਲਾ ਵਿੱਚ ਲੈਣਾ, ਜ਼ਰੂਰਤਮੰਦਾਂ ਨੂੰ। ਤੁਹਾਡੇ ਦਰ ਤੇ ਕੋਈ ਆ ਜਾਵੇ ਜੀ ਜ਼ਰੂਰਤਮੰਦ, ਉਸ ਵੇਲੇ ਤੁਸੀਂ ਇਹ ਨਹੀਂ ਦੇਖਣਾ ਕਿ ਸਿੱਖ ਹੈ, ਮੁਸਲਮਾਨ, ਈਸਾਈ ਹੈ, ਕਿ ਆਪਣਾ ਗੋਰਾ ਹੈ, ਕੀ ਹੈ। ਦੇਖਣਾ ਹੈ ਕਿ ਇਜ਼ ਇਟ ਵੈਲਿਡ ਦੈਟ ਹੀ ਐਕਚੁਅਲੀ ਨੀਡਸ ਐਨ ਹੈਲਪ, ਉਹਨੂੰ ਫਿਰ ਹੈਲਪ ਕਰਨੀ ਹੈ। ਸੋ ਇੱਥੇ ਤੁਹਾਡੀ ਜਿਹੜੀ ਜੇ ਤਾਂ ਤੁਸੀਂ ਆ ਬਾਬੇ ਨਾਨਕ ਦਾ ਫਲਸਫਾ ਆਪਣੇ ਕੋਲ ਰੱਖ ਕੇ ਚੱਲੋਗੇ, ਤੇ ਤੁਹਾਨੂੰ ਜਿਹੜਾ ਵੀ ਡਿਸੀਜਨ ਤੁਸੀਂ ਲਓਗੇ, ਤੁਹਾਨੂੰ ਸਹੀ ਵੀ ਦਿਸੇਗਾ, ਗਲਤ ਵੀ ਦਿਸੇਗਾ। ਸਮਟਾਈਮ ਯੂ ਹੈਵ ਟੂ ਮੇਕ ਦ ਕੰਪਰੋਮਾਈਜ਼ ਵਿਦ ਦ ਬੈਡ ਪੀਪਲ ਟੂ। ਬਿਲਕੁਲ, ਇਟ ਹੈਪਨਸ। ਬਿਲਕੁਲ, ਪਰ ਉਹ ਤੁਸੀਂ ਤੋਲ ਕੇ ਦੇਖਣਾ ਹੈ ਕਿ ਇਹ ਮੇਰਾ ਸਾਥ ਦੇ ਨਾਲ ਕੁਝ ਅੱਛਿਆਂ ਲੋਕ ਦਾ ਭਲਾ ਹੋ ਰਿਹਾ ਹੈ। ਹੁਣ ਤੁਸੀਂ ਆਪਣੇ ਕਈ ਇੱਦਾਂ ਦੀਆਂ ਸਾਖੀਆਂ ਜਿਹੜੀਆਂ ਸਾਡੇ ਸਿੱਖ ਧਰਮ ਦੇ ਵਿੱਚ ਆਈਆਂ, ਐਜ਼ ਏ ਬੇਟੀ ਨਹੀਂ, ਐਜ਼ ਏ ਪੋਲੀਟੀਸ਼ੀਅਨ, ਹੁਣ ਆਪਣੀ ਬੇਟੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਉਹਨਾਂ ਦੇ ਕੰਮ ਹੈਗੇ ਨੇ ਉਹ ਕਰ ਰਹੇ ਨੇ, ਜਾਂ ਆਉਣ ਵਾਲੇ ਸਮੇਂ ਵਿੱਚ ਉਹ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਰਨਗੇ? ਇੱਕ ਬੇਟੀ ਲਈ ਨਹੀਂ, ਇੱਕ ਫਾਦਰ ਤੋਂ ਨਹੀਂ ਮੈਂ ਇਹ ਸਵਾਲ ਪੁੱਛ ਰਿਹਾ, ਇੱਕ ਉਸ ਸ਼ਖਸ ਤੋਂ ਪੁੱਛ ਰਿਹਾ ਜਿਸ ਨੇ ਉਸ ਨੂੰ ਵੋਟ ਕੀਤਾ। ਉਹਨੇ ਕਾਫੀ ਚੇਂਜਸ ਲਿਆਏ ਨੇ, ਔਰ ਇਸ ਵੇਲੇ 7-8 ਜਿਹੜੇ ਬਿੱਲ ਸੀਗੇ ਉਹਦੇ, ਜਿਹੜੇ ਪਹਿਲਾਂ ਕਿਸੇ ਨੇ ਜ਼ਿਕਰ ਵੀ ਨਹੀਂ ਸੀ ਕੀਤਾ, ਯੂਨੈਨਿਮਸਲੀ ਪਾਸ ਹੋਏ ਨੇ। ਉਹਨੂੰ ਉਹ ਜਿਹੜੇ ਆਪੋਜ਼ਿਟ ਪਾਰਟੀ ਵਾਲੇ ਹੁੰਦੇ ਨੇ, ਉਹ ਨਾ ਕਰਨ ਲੱਗੇ ਵੀ ਸੋਚਦੇ ਨੇ, ਉਹ ਕਹਿੰਦੇ ਵੀ ਸ਼ੀ ਇਜ਼ ਐਜੂਕੇਟਿਡ, ਕਿਉਂਕਿ ਇਹ ਜਦੋਂ ਵੀ ਕੋਈ ਚੀਜ਼ ਪੇਸ਼ ਕਰਦੀ ਹੈ, ਉਹਦੇ ਉੱਪਰ ਸਟੱਡੀ ਕਰਕੇ ਤੱਥਾਂ ਦੇ ਨਾਲ ਉਹਨੂੰ ਪੇਸ਼ ਕਰਦੀ ਹੈ। ਆਰਗੂਮੈਂਟ ਨਹੀਂ ਰਹਿ ਜਾਂਦਾ ਉਹਦੇ ਵਿੱਚ ਕੋਈ। ਸੋ ਸ਼ੀ ਡਜ਼ ਦ ਹੋਮਵਰਕ ਬਿਫੋਰ ਸ਼ੀ ਡਜ਼ ਇਟ। ਜਸਮੀਤ, ਜਦੋਂ ਡਾਈਨਿੰਗ ਟੇਬਲ ਤੇ ਬੈਠ ਕੇ ਤੁਹਾਡੇ ਨਾਲ ਖਾਣਾ ਖਾ ਰਹੀ ਹੁੰਦੀ ਹੈ, ਤਾਂ ਐਜ਼ ਏ ਫਾਦਰ ਉਹਨੂੰ ਸਲਾਹ ਦਿੱਤੀ ਜਾਂਦੀ ਹੈ, ਜਾਂ ਐਜ਼ ਏ ਵੋਟਰ ਉਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬੱਚੇ ਤੂੰ ਇਹ ਕੰਮ ਕਰਨਾ ਜਾਂ ਇਹ ਕੰਮ ਨਹੀਂ ਕਰਨਾ? ਹੁਣ ਇੰਨੀ ਸਿਆਣੀ ਹੋ ਚੁੱਕੀ ਹੈ ਕਿ ਮੈਨੂੰ ਸਲਾਹ ਲੈਣੀ ਪੈਂਦੀ ਉਹਦੇ ਕੋਲੋਂ। ਜੀ ਬਿਲਕੁਲ ਠੀਕ ਹੈ। ਕਿਉਂਕਿ ਇਸ ਤਰ੍ਹਾਂ ਹੁੰਦਾ ਨਾ, ਤੁਸੀਂ ਦੇਖੋ, ਜਦੋਂ ਵੀ ਤੁਸੀਂ ਕਿਸੇ ਇਨਸਾਨ ਨੂੰ, ਬੇਟੀ ਨੂੰ, ਜਿਸ ਆਪਣੇ ਬੱਚੇ ਨੂੰ ਤਿਆਰ ਕਰਕੇ ਤੁਸੀਂ ਭੇਜੋ ਜੀ, ਤੁਸੀਂ ਆਪਣਾ ਕੌਨਫੀਡੈਂਸ ਬੱਚੇ ਦੇ ਵਿੱਚ ਪਾ ਦਿਓ, ਫਿਰ ਜਸਟ ਬੈਕ ਆਫ ਜੀ। ਤੁਸੀਂ ਇੱਦਾਂ ਹੁੰਦਾ ਨਾ, ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਇਨਸਾਨ ਤੁਹਾਨੂੰ
100% ਰਿਜ਼ਲਟ ਦੇਵੇ ਤੁਹਾਡੀ ਇੱਛਾਵਾਂ ਦਾ, ਫਿਰ ਤੁਹਾਨੂੰ ਉਹਦੇ ਹੱਥ ਖੋਲ ਦੇਣੇ ਚਾਹੀਦੇ ਆ। ਤੁਸੀਂ ਜਿੰਨੀ ਟ੍ਰੇਨਿੰਗ ਦਿੱਤੀ ਹੈ ਉਹਦੇ ਉੱਪਰ ਤੁਸੀਂ ਜੇ ਉਹਦੇ ਉੱਪਰ ਨਹੀਂ, ਘੱਟੋ ਘੱਟ ਆਪਣੀ ਟ੍ਰੇਨਿੰਗ ਦੇ ਉੱਪਰ ਤੁਸੀਂ ਵਿਸ਼ਵਾਸ ਕਰੋ, ਬਿਲਕੁਲ, ਕਿਉਂਕਿ ਇਹ ਜ਼ਰੂਰ ਹੋਏਗਾ। ਤੇ ਹੁਣ ਮੈਨੂੰ ਇਹ ਵਿਸ਼ਵਾਸ ਹੈ ਕਿ ਕਿਉਂਕਿ ਉਹ ਜਦੋਂ ਵੀ ਚੱਲਦੀ ਹੈ ਨਾ, ਸ਼ੀ ਆਲਵੇਜ਼ ਕੰਪੇਅਰਸ ਵੀ ਬਾਬਾ ਨਾਨਕ ਮੈਨੂੰ ਕੀ ਕਹਿ ਰਿਹਾ ਹੈ, ਗੁਰੂ ਗ੍ਰੰਥ ਮੈਨੂੰ ਕੀ ਕਹਿ ਰਿਹਾ ਹੈ, ਕਿਤੇ ਮੈਂ ਗਲਤ ਤੇ ਨਹੀਂ। ਹਾਂ, ਉਸ ਵੇਲੇ ਜ਼ਰੂਰ ਆ ਕੇ ਪੁੱਛ ਲੈਂਦੀ ਹੈ, ਡੈਡੀ ਇਸ ਵੇਲੇ ਤੁਹਾਡਾ ਕੀ ਖਿਆਲ ਹੈ। ਮੈਂ ਸਵਾਲ ਦੇ ਵਿੱਚੋਂ ਸਵਾਲ ਕੱਢ ਕੇ ਉਹਦੇ ਕੋਲੋਂ ਜਵਾਬ ਕਢਾ ਲੈਣਾ। ਬਿਲਕੁਲ ਠੀਕ ਹੈ, ਪਰ ਕਿਤੇ ਨਾ ਕਿਤੇ ਸਾਡੇ ਬੱਚੇ ਅੱਜ ਪੋਲੀਟਿਕਸ ਵਿੱਚ ਆਉਣ ਤੋਂ ਗੁਰੇਜ਼ ਕਰ ਰਹੇ ਨੇ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਪੋਲੀਟਿਕਸ ਇੱਕ ਵਰਡ ਹੈ ਉਹ ਗੰਦਲਾ ਹੋ ਰਿਹਾ ਹੈ। ਦੂਸਰੀ ਗੱਲ, ਜਦੋਂ ਬੱਚੇ ਆਸ-ਪਾਸ ਨੈਗੇਟਿਵਿਟੀ ਬਹੁਤ ਜ਼ਿਆਦਾ ਦੇਖਦੇ ਨੇ ਕਿ ਪੋਲੀਟੀਸ਼ੀਅਨਸ ਵਿੱਚ ਜਦੋਂ ਆਪਸ 'ਚ ਜਿਹੜੀ ਕਰੂਰਤਾ ਹੈਗੀ ਆ ਉਹ ਵੱਧ ਰਹੀ ਹੈਗੀ ਆ, ਨੈਗੇਟਿਵ ਪਬਲਿਸਿਟੀ ਜ਼ਿਆਦਾ ਹੁੰਦੀ ਹੈ, ਤਾਂ ਵੀ ਪੇਰੈਂਟਸ ਹੱਥ ਖਿੱਚ ਲੈਂਦੇ ਨੇ ਕਿ ਸਾਡਾ ਬੱਚਾ ਜਾਏਗਾ ਤਾਂ ਇਸ ਦੇ ਵੀ ਬੁਰਾਈਆਂ ਕੀਤੀਆਂ ਜਾਣਗੀਆਂ। ਦੇਖੋ ਜੀ, ਇਹ ਤਾਂ ਕੰਸਰਨ ਹੁੰਦਾ ਹੀ ਐਜ਼ ਅ ਪੇਰੈਂਟ, ਮੇਰਾ ਵੀ ਕੰਸਰਨ ਸੀਗਾ। ਪਰ ਜੇ ਤੁਸੀਂ ਕੰਪੇਅਰ ਕਰੋ ਨਾ, ਇਸ ਮੁਲਕ ਦੀ ਪੋਲੀਟਿਕਸ ਦੇਖ ਲਓ, ਤੁਸੀਂ ਕੈਨੇਡਾ ਦੀ ਦੇਖ ਲਓ ਤੇ ਇੰਗਲੈਂਡ ਦੀ ਦੇਖ ਲਓ ਜੀ, ਇਹ ਕਿਤੇ ਕਈ ਹੱਦ ਤੱਕ ਸਾਫ਼ ਸੁਥਰੀ ਹੈ। ਦੈਟਸ ਦ ਬਿਗੇਸਟ ਥਿੰਗ। ਹੁਣ ਤੁਸੀਂ ਐਜੂਕੇਸ਼ਨ ਵਾਈਜ਼ ਦੇਖ ਲਓ, ਤੁਸੀਂ ਇੱਥੋਂ ਦਾ ਜਿਹੜਾ ਤੁਹਾਡਾ ਹੁਣ ਪੋਲੀਟਿਕਸ ਦੇ ਵਿੱਚ ਤੁਸੀਂ ਆਪਣੇ ਸੈਨੇਟਰਸ ਦੇਖ ਲਓ, ਕਾਂਗਰਸਮੈਨ ਦੇਖ ਲਓ, ਕੋਈ ਜਨਰਲ ਰਿਟਾਇਰ ਹੋਇਆ, ਕੋਈ ਬਿਜ਼ਨਸਮੈਨ ਆਪਣਾ ਤੋਂ ਰਿਟਾਇਰਮੈਂਟ ਲਈ ਹੈ। ਮੋਸਟਲੀ ਅਬਾਊਟ 80% ਸਕਸੈਸਫੁਲ ਪੀਪਲ ਹੂ ਗੈਟ ਇਨਟੂ ਦ ਪੋਲੀਟਿਕਸ। ਫਿਰ ਵੀ ਤੁਹਾਡੇ 20-25% ਤੁਹਾਡੇ ਰਹਿ ਜਾਂਦੇ ਨੇ ਜਿਹੜੇ ਬਿਕਾਜ਼ ਆਫ ਦੀ ਅਦਰ ਇਸ਼ੂਜ਼ ਦੇ ਕਮ ਇਨਸਾਈਡ। ਪਰ ਫਿਰ ਵੀ ਇੱਥੇ ਕਾਫੀ ਸਾਫ਼ ਸੁਥਰਾ ਮਾਹੌਲ ਹੈ। ਪਰ ਜਦੋਂ ਅਸੀਂ ਕੈਨੇਡਾ ਦੀ ਅਸੀਂ ਗੱਲ ਕੀਤੀ ਹੈ, ਕੈਨੇਡਾ ਵਿੱਚ ਬਹੁਤ ਸਾਰੇ ਸਾਡੇ ਪੰਜਾਬੀ ਭੈਣ ਭਰਾ ਚੁਣ ਕੇ ਗਏ ਨੇ, ਏਸ਼ੀਅਨ ਕਮਿਊਨਿਟੀ ਦੇ ਬਹੁਤ ਸਾਰੇ ਬਸ਼ਿੰਦੇ ਜਿਹੜੇ ਨੇ ਚੁਣ ਕੇ ਪਾਰਲੀਮੈਂਟ ਵਿੱਚ ਗਏ ਨੇ, ਮੈਂਬਰ ਪਾਰਲੀਮੈਂਟ ਬਣੇ ਨੇ, ਲੋਕਾਂ ਨੇ ਉਹਨਾਂ ਨੂੰ ਵੋਟ ਕੀਤਾ। ਸਿਰਫ ਸਾਡੀ ਕਮਿਊਨਿਟੀ ਨੇ ਨਹੀਂ ਬਲਕਿ ਹੋਰਨਾਂ ਕਮਿਊਨਿਟੀ ਨੇ ਵੀ ਵੋਟ ਕੀਤਾ, ਤਾਂ ਹੀ ਮੈਂਬਰ ਪਾਰਲੀਮੈਂਟ ਉਹ ਚੁਣੇ ਗਏ ਨੇ। ਪਰ ਜਦੋਂ ਅਸੀਂ ਅਮਰੀਕਾ ਦਾ ਕੈਪੀਟਲ ਹਿਲ ਦੇਖਦੇ ਹਾਂ ਤਾਂ ਉਹ ਖਾਲੀ ਹੈ, ਹਾਲੇ ਤੱਕ ਕੋਈ ਵੀ ਸਾਡਾ ਸਰਦਾਰ ਭੈਣ ਭਰਾ ਉੱਥੇ ਤੱਕ ਨਹੀਂ ਪਹੁੰਚ ਪਾਇਆ। ਪਰ ਹਾਂ, ਹੁਣ ਬੱਚੇ ਕੋਸ਼ਿਸ਼ਾਂ ਕਰ ਰਹੇ ਨੇ, ਅਸੈਂਬਲੀ ਵੂਮਨ ਵੀ ਬਣੇ ਨੇ, ਕੁਝ ਮੇਅਰ ਵੀ ਬਣੇ ਨੇ, ਬਟ ਹਾਲੇ ਵੀ ਉਹ ਜਗ੍ਹਾ ਜਿਹੜੀ ਹੈ ਖਾਲੀ ਹੈ। ਤੁਹਾਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਹੋਏਗਾ ਐਸਾ ਜਦੋਂ ਸਾਡੇ ਬੱਚੇ ਉੱਥੇ ਤੱਕ ਪਹੁੰਚ ਪਾਉਣਗੇ ਕਿ ਸਾਡੀ ਕਮਿਊਨਿਟੀ ਦੇ ਨਾਲ ਨਾਲ ਹੋਰਨਾਂ ਕਮਿਊਨਿਟੀਜ਼ ਉਹਨਾਂ ਨੂੰ ਸਪੋਰਟ ਕਰਨਗੇ ਇੰਨੇ ਵੱਡੇ ਅਹੁਦੇ ਤੱਕ ਪਹੁੰਚਾਉਣ ਦੇ ਲਈ? ਦੇਖੋ, ਇਸ ਤਰ੍ਹਾਂ ਹੈ ਕਿ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਹੋਵੇ ਨਾ, ਯੂ ਹੈਵ ਟੂ ਥਿੰਕ ਪੋਜ਼ਿਟਿਵ। ਜੀ, ਤੁਸੀਂ ਇਹ ਦੇਖਣਾ ਹੈ ਕਿ ਐਜ਼ ਐਨ ਹਿਊਮਨ ਬੀਇੰਗ ਸਾਡਾ ਇਹ ਹੁੰਦਾ ਪਲਿੰਦਰ ਵੀਰ ਕਿ ਜਦੋਂ ਅਸੀਂ ਕੋਈ ਕੰਮ ਕਰਨਾ ਹੋਵੇ ਤਾਂ ਅਸੀਂ ਇਹ ਸੋਚਦੇ ਹਾਂ ਕਿ ਮੈਨੂੰ 1000 ਤਰੀਕੇ 1000 ਐਕਸਕਿਊਜ਼ਸ ਇੱਦਾਂ ਤੇ ਮਿਲ ਜਾਣ ਕਿ ਮੈਂ ਕੰਮ ਕਿਉਂ ਨਾ ਕਰਾਂ। ਇੰਸਟੈਡ ਆਫ ਵੀ ਇੱਕ ਕਾਰਨ ਇਹ ਮਿਲ ਜਾਏ ਕਿ ਮੈਨੂੰ ਇਹ ਕੰਮ ਕਿਉਂ ਕਰਨਾ ਚਾਹੀਦਾ ਹੈ। ਉਹ ਪਹਿਲਾ ਸਟੈਪ ਜਿਹੜਾ ਹੁੰਦਾ ਬੜਾ ਜ਼ਰੂਰੀ ਹੁੰਦਾ ਹੈ। ਐਂਡ ਦੈਟ ਕਮਸ ਦ ਪੋਜ਼ਿਟਿਵ ਥਿੰਕਿੰਗ। ਤੁਸੀਂ ਹਮੇਸ਼ਾ ਗਲਾਸ ਨੂੰ ਨਾ ਅੱਧਾ ਭਰਿਆ ਹੈ ਦੇਖੋ, ਗਲਾਸ ਨੂੰ ਅੱਧਾ ਖਾਲੀ ਨਾ ਦੇਖੋ ਤੁਸੀਂ। ਜੀ, that's the best way. That's where your negativity comes against the positivity. ਜਿੱਥੇ ਤੁਸੀਂ ਹੁਣ ਗੱਲ ਕੀਤੀ ਸੀਗੀ ਕਿ ਆਪਣੀ ਕਿਉਂਕਿ ਆਪਣੀ ਖਲਕਤ ਅਜੇ ਇੱਥੇ ਘੱਟ ਹੈ, ਯੂ ਨੋ, ਉਸ ਤੋਂ ਇਲਾਵਾ ਵੀ ਜਸਮੀਤ ਨੇ ਆਪਣੀ ਅਪੋਨੈਂਟ ਦੇ ਖਿਲਾਫ ਕੋਈ ਮੇਰੇ ਖਿਆਲ ਨਾਲ ਆਲਮੋਸਟ 15,000 ਪਲੱਸ ਵੋਟਸ ਦੇ ਨਾਲ ਜਿੱਤੇ ਨੇ। That was a landslide and that was the first time, not politician, never had any experience to work as a politician, but people put all the trust in her and people like it. ਉਹਦੇ ਨਾਲ ਇਹ ਹੁੰਦਾ ਹੈ ਕਿ ਦੇਖੋ ਆਪਣੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਹੈ ਜੀ, ਪਰ ਹੁੰਦਾ ਹੈ ਕਿ ਅਨਫੋਰਚੂਨੇਟਲੀ ਜਿਹੜੇ ਸਾਡੇ ਲੋਕ ਆਪਣੇ ਨੇ ਉਹਨਾਂ ਦੇ ਪਾਸ ਐਜੂਕੇਸ਼ਨ ਕਹਿ ਲਓ ਜਾਂ ਪਹੁੰਚ ਕਹਿ ਲਓ, ਉਹ ਥੋੜ੍ਹਾ ਫਰਕ ਇਸ ਕਰਕੇ ਹੈ ਕਿ ਸਾਡੇ ਲੋਕ I would say under 10% are registered voters. ਜਿੰਨੀ ਸਾਡੀ ਖਲਕਤ ਹੈ ਨਾ, ਸਿਰਫ 10% ਹੈ। ਪੰਜਾਬੀ ਕਮਿਊਨਿਟੀ ਦੀ ਗੱਲ ਕਰ ਰਹੇ ਹੋ? ਪੰਜਾਬੀ ਕਮਿਊਨਿਟੀ, ਓਕੇ। ਔਰ 10% ਦੇ ਵਿੱਚੋਂ under 2% people who vote. ਅੱਛਾ, ਹਾਂਜੀ। ਸੋ ਇਸ ਕਰਕੇ ਜੇ ਤੁਸੀਂ ਕੋਈ ਇਲੈਕਸ਼ਨ ਦੇ ਵਿੱਚ ਖੜਨਾ ਹੈ ਜਾਂ ਕੋਈ ਜਿੱਤ ਹਾਸਲ ਕਰਨੀ ਹੈ, ਤੁਹਾਨੂੰ ਸਪੋਰਟ ਚਾਹੀਦੀ ਹੈ ਆਪਣੇ ਲੋਕਾਂ ਦੀ, ਮੋਰਲ ਸਪੋਰਟ। ਪਰ ਇਹ ਕਿਉਂ ਸਿਰਫ 2% ਹੀ ਵੋਟ ਕਿਉਂ ਜਾਂਦੇ ਨੇ? ਕੀ 10% ਲੋਕਾਂ ਦੀ ਤੁਸੀਂ ਕਹਿ ਰਹੇ ਹੋ ਵੋਟ ਬਣੀ ਹੋਈ ਹੈ, 90% ਜਿਹੜੇ ਨੇ ਫੀਸਦੀ ਜਿਹੜੇ ਸ਼ਖਸ ਨੇ ਉਹ ਵੋਟ ਆਪਣੀ ਬਣਾ ਨਹੀਂ ਰਹੇ ਜਾਂ ਬਣ ਨਹੀਂ ਰਹੀ ਜਾਂ ਕੋਈ ਹੋਰ ਕਾਰਨ ਹੈ, ਔਰ ਉਹਨਾਂ 'ਚ ਵੀ ਸਿਰਫ 2% ਲੋਕ ਹੀ ਵੋਟ ਦੇਣ ਕਿਉਂ ਆ ਰਹੇ ਨੇ? ਜਾਗਰੂਕ ਨਹੀਂ ਹੈ, ਰੁਝਾਨ ਹੀ ਹੈ ਨਹੀਂ ਇਸ ਪਾਸੇ ਉਹਨਾਂ ਦਾ।
ਦੇਖੋ ਹਰੇਕ ਸਾਡੇ ਇਨਸਾਨ ਨੂੰ ਚਾਹੀਦਾ ਹੈ ਕਿ ਮੇਰੀਆਂ ਜਿਹੜੀਆਂ ਮੁਸ਼ਕਲਾਤ ਹੋ ਰਹੀਆਂ ਉਹਨਾਂ ਦਾ ਹੱਲ ਹੋ ਜਾਏ ਜੀ। ਉਹਦੇ ਲਈ ਫਿਰ ਹੁਣ ਜਿਹੜਾ ਅੱਗੇ ਤੋਂ ਅੱਗੇ ਪਰਸੈਂਟੇਜ ਵੱਧ ਰਿਹਾ, ਪਰ ਜਿੰਨੀ ਤੇਜ਼ੀ ਨਾਲ ਵਧਣਾ ਚਾਹੀਦਾ ਉਹ ਨਹੀਂ ਵੱਧ ਰਿਹਾ ਅਜੇ। ਸੋ ਇਸ ਕਰਕੇ ਸਾਨੂੰ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਹੈਗੀਆਂ ਉਹਨਾਂ ਦੇ ਵਿੱਚ ਸਾਨੂੰ ਵਿਚਰਨਾ ਬਹੁਤ ਜ਼ਰੂਰੀ ਹੈ। ਆਪਣੇ ਮੈਂ ਜਸਮੀਤ ਨੂੰ ਇਹ ਵੀ ਕਹਿੰਦਾ ਹੁੰਦਾ ਸੀ, ਮੈਂ ਬੇਟਾ once you are successful people would like to support the successful people. But you have to, unfortunately, you have to prove yourself that you can reach to that place. ਬਿਲਕੁਲ। ਤੁਹਾਨੂੰ ਇਹ ਦੱਸਣਾ ਪੈਂਦਾ ਹੈ ਲੋਕਾਂ ਨੂੰ ਕਿ ਮੈਂ ਇੰਨੀ ਦੂਰ ਤੱਕ ਪਹੁੰਚ ਸਕਦੀ ਹਾਂ ਤੁਹਾਡੀ ਮਦਦ ਦੇ ਨਾਲ, ਔਰ ਜੇ ਤੁਸੀਂ ਮਦਦ ਨਹੀਂ ਵੀ ਕੀਤੀ ਮੈਂ ਤਾਂ ਵੀ ਪਹੁੰਚ ਸਕਦੀ ਹਾਂ। ਹੁਣ ਜਿਨ੍ਹਾਂ ਲੋਕਾਂ ਨੇ ਆਪਣੀ ਕਮਿਊਨਿਟੀ ਵੱਲੋਂ ਵੀ ਜਸਮੀਤ ਦਾ ਸਾਥ ਨਹੀਂ ਦਿੱਤਾ, ਬਟ ਸ਼ੀ ਰਿਪਰੈਜ਼ੈਂਟਸ them too. ਬਿਲਕੁਲ ਬਿਲਕੁਲ। ਹੁਣ ਬਾਅਦ ਦੇ ਵਿੱਚ ਜਿਹੜੇ ਉਹਦੇ ਕੋਲ ਆਏ ਵੀ ਨੇ ਟੂ ਗੈਟ few things done, she says doesn't matter who you voted for. ਪਰ ਤੁਹਾਨੂੰ ਲੱਗਦਾ ਕਿ ਸਾਡੀ ਜਿਹੜੀ ਕਮਿਊਨਿਟੀ ਹੈਗੀ ਹੈ, ਕਿ ਜਿਵੇਂ ਤੁਸੀਂ ਕਿਹਾ ਕਿ ਉਹ ਸਪੋਰਟ ਨਹੀਂ ਕੀਤਾ, ਆਖਰ ਕਿਉਂ ਸਪੋਰਟ ਨਹੀਂ ਕੀਤਾ? ਸਾਡਾ ਸ਼ਖਸ, ਇੱਕ ਪੰਜਾਬੀ ਇੱਕ ਸ਼ਖਸ ਜਿਹੜਾ ਹੈ ਉੱਪਰ ਉੱਠਣਾ ਚਾਹ ਰਿਹਾ, ਤਾਂ ਉਸ ਦੀਆਂ ਲੱਤਾਂ ਕਿਉਂ ਖਿੱਚੀਆਂ ਜਾ ਰਹੀਆਂ ਨੇ? ਇਹਦੇ ਪਿੱਛੇ ਕੀ ਕਾਰਨ ਲੱਭਦੇ ਹੋ? ਆਪਣੇ ਦੇਸੀਆਂ ਜੈਲਸੀ ਬੜੀ ਹੁੰਦੀ ਹੈ ਤੇ ਇਹਦਾ ਬੱਚਾ ਕਿੱਦਾਂ ਅੱਗੇ ਨਿਕਲ ਗਿਆ, ਮੇਰਾ ਬੱਚਾ ਪਿੱਛੇ ਰਹਿ ਗਿਆ। ਅਸੀਂ ਤਾਂ ਕਹਿੰਦੇ ਸਾਰੇ ਬੱਚਿਆਂ ਨੂੰ ਲਿਆਓ, ਪਰ ਅਸਮਾਨ ਤਾਂ ਸਾਰਿਆਂ ਲਈ ਖੁੱਲ੍ਹਾ। ਸ਼ੀ ਇਜ਼ ਕ੍ਰੀਏਟਿੰਗ the pathway for everyone. ਸ਼ੀ ਇਜ਼ ਕ੍ਰੀਏਟਿੰਗ ਇਟ। ਪਰ ਇਹੋ ਜਿਹੀਆਂ ਚੀਜ਼ਾਂ ਨਾ, ਜਦੋਂ ਇੱਦਾਂ ਦੀਆਂ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਸਾਡੇ ਬੱਚੇ ਥੋੜ੍ਹੇ ਡਿਸਕਰੇਜ ਹੋ ਜਾਂਦੇ ਨੇ। ਬਿਲਕੁਲ ਹੋ ਜਾਂਦੇ ਨੇ। ਪਰ ਜਦੋਂ ਉਹਨਾਂ ਨੂੰ ਸਪੋਰਟ ਮਿਲਦੀ ਹੈ, ਹੁਣ ਇਹਦੀ ਜਿਹੜੀ ਅਪੋਨੈਂਟ ਸੀਗੀ ਹਿਸਪੈਨਿਕ ਸੀਗੀ, ਔਰ ਜਸਮੀਤ ਇਜ਼ ਫਲੂਐਂਟ ਇਨ ਸਪੈਨਿਸ਼। ਸੋ ਉਹਨੇ ਆਪਣੇ ਸਪੈਨਿਸ਼ ਦੇ ਵਿੱਚ ਇੰਟਰਵਿਊ ਵੀ ਦਿੰਦੀ ਸੀ, ਰੇਡੀਓ ਦੇ ਵਿੱਚ, TV 'ਚ ਸਾਰੇ ਦਿੰਦੀ ਸੀਗੀ, ਔਰ ਉਹਦੇ ਬਾਵਜੂਦ ਵੀ 68% ਤੋਂ ਜ਼ਿਆਦਾ ਵੋਟਾਂ ਇਹਨੂੰ ਹਿਸਪੈਨਿਕਸ ਨੇ ਪਾਈਆਂ। ਕਿਉਂਕਿ ਜੋ ਕੋਈ ਵੀ ਪੋਲੀਟੀਸ਼ੀਅਨ ਹੁੰਦਾ ਉਹ ਸਿਰਫ ਇੱਕ ਕਮਿਊਨਿਟੀ ਦਾ ਪੋਲੀਟੀਸ਼ੀਅਨ ਨਹੀਂ ਹੁੰਦਾ। ਨੈਵਰ। ਉਹ ਜਿਹੜਾ ਸੇਵਾਦਾਰ ਹੁੰਦਾ ਤਾਂ ਉਹ ਪੂਰੀ ਹਰ ਕਮਿਊਨਿਟੀ ਦਾ ਸੇਵਾਦਾਰ ਹੈ, ਉਸਨੇ ਹਰ ਕਮਿਊਨਿਟੀ ਦੀ ਗੱਲ ਸੁਣਨੀ ਹੈ। ਉਹ ਇਹ ਨਹੀਂ ਹੈ ਕਿ ਉਹ ਸਿਰਫ ABC ਨੂੰ ਦੇਖੇਗਾ ਤਾਂ DEF ਨੂੰ ਸਾਈਡ ਤੇ ਕਰ ਦੇਗਾ। ਨਾਟ ਐਟ ਆਲ। ਪੂਰੀ 35 ਵੱਲ ਧਿਆਨ ਦੇਣਾ ਪਏਗਾ। ਬਿਲਕੁਲ ਬਿਲਕੁਲ ਠੀਕ ਗੱਲ ਹੈ। ਪਰ ਅੱਜ ਜੋ ਗੁਰਦੁਆਰਿਆਂ ਵਿੱਚ ਹੋ ਰਿਹਾ, ਕਿਉਂਕਿ ਗੁਰਦੁਆਰਾ ਇੱਕ ਐਸਾ ਘਰ ਹੈਗਾ, ਗੁਰੂ ਦਾ ਘਰ ਇੱਕ ਐਸਾ ਹੈਗਾ ਜਿੱਥੇ ਕਿ ਸਿਰਫ ਬਜ਼ੁਰਗਾਂ ਨੇ ਹੀ ਜਿਹੜੀ ਹੈਗੀ ਹੈ ਕੁਰਸੀਆਂ ਸੰਭਾਲੀਆਂ ਹੋਈਆਂ ਨੇ, ਉੱਥੇ ਵੀ ਜਿਹੜਾ ਨੌਜਵਾਨ ਹੈ ਉਹ ਗਾਇਬ ਹੁੰਦਾ ਵਿਖਾਈ ਦੇ ਰਿਹਾ ਹੈ। ਅਜਿਹਾ ਤੁਸੀਂ ਕਿਉਂ ਸਮਝਦੇ ਹੋ? ਕਿਉਂਕਿ ਸਾਡੇ ਨੌਜਵਾਨਾਂ ਵਾਸਤੇ ਉੱਥੇ ਕੋਈ ਪ੍ਰੋਗਰਾਮ ਹੈ ਨਹੀਂ। ਇਹ ਦੇਖ ਲਓ ਕਿ ਇਹਨਾਂ ਦਾ ਬਜਟ ਇੰਨਾ ਤਕੜਾ ਹੁੰਦਾ ਹੈ ਕਿ ਗੁਰਦੁਆਰੇ ਦੀ ਬਿਲਡਿੰਗ ਬਣਾ ਲੈਣੀ ਹੈ, ਵੱਡਾ ਲੰਗਰ ਹਾਲ ਬਣਾ ਲੈਣਾ ਹੈ, ਸੋਨੇ ਦਾ ਗੁੰਬਦ ਚੜਾ ਦੇਣਾ ਹੈ, ਤੇ ਵੱਡੇ ਤੋਂ ਵੱਡੇ ਨਗਰ ਕੀਰਤਨ ਕੱਢਣੇ ਨੇ। ਪਰ ਇਹਨਾਂ ਦੇ ਵਿੱਚ ਵੀ ਸਕੂਲ ਦਾ ਬਜਟ ਦੇ ਵਾਸਤੇ ਕੋਈ ਪੈਸਾ ਨਹੀਂ ਹੁੰਦਾ। ਕੁਝ ਗੁਰਦੁਆਰੇ ਹੈਨਗੇ ਜਿਹੜੇ ਸਕੂਲਾਂ ਦੇ ਰੁਝਾਨ ਵੱਲ ਤੁਰ ਪਏ ਨੇ, ਪਰ ਦੈਟ ਨੀਡਸ ਟੂ ਚੇਂਜ। ਹੁਣ ਮੈਂ ਤੁਹਾਨੂੰ ਸਵਾਲ ਪੁੱਛਦਾ, ਤੁਸੀਂ ਵੀ ਇਹ ਦੇਖਿਆ ਹੋਵੇਗਾ, ਸੋਚਿਆ ਹੋਵੇਗਾ, ਆਪਣੇ ਨਜ਼ਰੀਏ 'ਚ ਤੁਹਾਡੇ ਹੋਣਾ ਹੈ, ਤੁਹਾਡੀ ਗੁਰਦੁਆਰੇ ਦੀ ਕਮੇਟੀਆਂ ਦੇ ਵਿੱਚੋਂ ਕਿੰਨੇ % ਲੇਡੀਜ਼ ਵਿੱਚ ਹੁੰਦੀਆਂ? ਬਿਲਕੁਲ ਨਹੀਂ ਹੁੰਦੀਆਂ। ਇਹ ਵੀ ਇੱਕ ਬਹੁਤ ਵੱਡਾ ਇੱਕ ਸਵਾਲ ਹੈ ਜੋ ਮੈਂ ਜਦੋਂ ਗੁਰਦੁਆਰਿਆਂ ਵਿੱਚ ਜਾਣਾ ਉਹਨਾਂ ਤੋਂ ਪੁੱਛਦਾ ਮੈਂ ਕਿ ਤੁਸੀਂ ਮਹਿਲਾਵਾਂ ਨੂੰ ਜਗ੍ਹਾ ਕਿਉਂ ਨਹੀਂ ਦਿੰਦੇ। ਉੱਥੇ ਉਹਨਾਂ ਦਾ ਸਵਾਲ ਇਹ ਆ ਜਾਂਦਾ ਹੈ ਜਾਂ ਜਵਾਬ ਇਹ ਆ ਜਾਂਦਾ ਹੈ ਕਿ ਅਸੀਂ ਮਹਿਲਾਵਾਂ ਨੂੰ ਕਹਿੰਦੇ ਹਾਂ ਤੁਸੀਂ ਅੱਗੇ ਆਓ, ਲੇਕਿਨ ਉਹਨਾਂ ਦੇ ਘਰਦਿਆਂ ਉਹਨਾਂ ਨੂੰ ਅੱਗੇ ਆਉਣ ਦੀ ਪਰਮਿਸ਼ਨ ਨਹੀਂ ਦਿੰਦੇ। ਕਿਉਂਕਿ ਜਦੋਂ ਧਿਰਾਂ ਆਪਸ ਵਿੱਚ ਲੜਦੀਆਂ ਨੇ ਤਾਂ ਆਪਸ ਵਿੱਚ ਕਿੱਚੜ ਵੀ ਸੁੱਟਿਆ ਜਾਂਦਾ, ਪਗੜੀਆਂ ਵੀ ਉਛਾਲੀਆਂ ਜਾਂਦੀਆਂ ਨੇ, ਤਲਵਾਰਾਂ ਵੀ ਚਲਦੀਆਂ। ਤੁਸੀਂ ਵੇਖਿਆ ਨੇ, ਕਈ ਐਸੀਆਂ ਵੀਡੀਓਜ਼ ਤੁਸੀਂ ਜ਼ਰੂਰ ਵੇਖਿਆ ਹੋਣਗੀਆਂ। ਪਰ ਜਦੋਂ ਅਸੀਂ ਨੌਜਵਾਨਾਂ ਨੂੰ ਕਹਿੰਦੇ ਹਾਂ ਤੁਸੀਂ ਅੱਗੇ ਆਓ, ਨੌਜਵਾਨ ਕਹਿੰਦੇ ਨੇ ਅਸੀਂ ਨਾ ਤਾਂ ਪ੍ਰਧਾਨਗੀ ਦੀ ਜਗ੍ਹਾ ਲੈਣੀ ਹੈ, ਨਾ ਹੀ ਖਜ਼ਾਨਚੀ ਦੀ ਜਗ੍ਹਾ ਲੈਣੀ ਹੈ, ਨਾ ਹੀ ਸਕੱਤਰ ਦੀ ਜਗ੍ਹਾ ਲੈਣੀ ਹੈ। ਸਾਨੂੰ ਵਲੰਟੀਅਰ ਦੇ ਤੌਰ 'ਤੇ ਤੁਸੀਂ ਜਿੱਥੇ ਖੜਾ ਕਰ ਦੋਗੇ ਨਾ, ਅਸੀਂ ਠੀਕ ਹਾਂ, ਅਸੀਂ ਸੇਵਾ ਕਰ ਲਾਂਗੇ, ਤੁਸੀਂ ਲੰਗਰ ਦੀ ਸੇਵਾ ਲਗਾਓ ਜਾਂ ਬਾਹਰ ਸਾਡੀ ਸਿਕਿਉਰਿਟੀ ਡਿਊਟੀ ਲਗਾਓ, ਅਸੀਂ ਕਰ ਲਾਂਗੇ, ਲੇਕਿਨ ਪ੍ਰਧਾਨਗੀ ਦੀ ਕੁਰਸੀ ਕਿਉਂ ਬਜ਼ੁਰਗਾਂ ਨੇ ਫੜੀ ਹੋਈ ਆ, ਉਹ ਕਿਉਂ ਨਹੀਂ ਛੱਡ ਰਹੇ? ਮੈਨੂੰ ਇਹ ਦੱਸੋ ਕਿ ਤੁਸੀਂ ਬੱਚਿਆਂ ਦੀ ਹੌਸਲਾ ਅਫਜ਼ਾਈ ਨਹੀਂ ਕਰਦੇ ਸਾਡੇ? ਮੈਨੂੰ ਇਹ ਦੱਸੋ ਕਿ ਬੱਚਿਆਂ ਵਾਸਤੇ ਗੁਰਦੁਆਰੇ ਦੇ ਵਿੱਚ ਕੋਈ ਪ੍ਰੋਗਰਾਮ ਤੁਹਾਨੂੰ ਦੱਸਿਆ ਕਿਤੇ? ਬਹੁਤ ਕਿਤੇ 1 ਜਾਂ 2% ਹੋਏਗਾ। ਫਾਰ ਐਗਜ਼ਾਮਪਲ ਮੈਂ ਦਿੰਦਾ, ਜਦੋਂ ਗੁਰਦੁਆਰੇ ਦੇ ਵਿੱਚ ਕੋਈ ਅਸੀਂ ਸਮਾਗਮ ਕਰ ਰਹੇ ਹੁੰਦੇ ਹਾਂ ਜੀ, ਬੱਚਿਆਂ ਦਾ ਜਥਾ ਵੀ ਤਿਆਰ ਹੁੰਦਾ ਹੈ, ਠੀਕ ਹੈ ਨਾ? ਬਿਲਕੁਲ। ਬੱਚਿਆਂ ਦੇ ਜਥੇ ਨੂੰ ਉਹ ਟਾਈਮ ਦੇਣਗੇ, ਉਹਨਾਂ ਦਾ ਇੱਕ ਪ੍ਰਾਈਮ ਟਾਈਮ ਹੁੰਦਾ ਹੈ 11 ਵਜੇ ਤੋਂ ਲੈ ਕੇ ਤੇ 12:30 ਵਜੇ ਤੱਕ, ਕਿਉਂਕਿ ਸੰਗਤ ਨੇ ਆਉਣਾ ਹੁੰਦਾ ਹੈ।
ਕਿਉਂ ਭਾਈ ਉਹ ਟਾਈਮ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਦਿੰਦੇ ਤੁਸੀਂ? ਜੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਕਰੋਗੇ, ਬੱਚਿਆਂ ਤੋਂ ਤੁਸੀਂ ਕੀਰਤਨ ਕਰਵਾਓ, ਬੱਚਿਆਂ ਦੇ ਕੋਲੋਂ ਤੁਸੀਂ ਸਪੀਚਸ ਕਰਵਾਓ। ਜਿੱਦਾਂ ਡਾਕਟਰ ਮਨਵੀਰ ਸਿੰਘ ਹੁਣੀ ਸਿੰਪੋਜ਼ੀਅਮ ਦਾ ਕਿੰਨਾ ਵਧੀਆ ਕੰਮ ਕਰ ਰਹੇ ਨੇ ਜੀ, ਕਿੰਨੇ ਬੱਚੇ ਤਿਆਰ ਕਰ ਰਹੇ ਨੇ ਜੀ। ਉਹਨਾਂ ਦੇ ਗਰੁੱਪ ਦੇ ਵਿੱਚ ਐਸੇ ਬੱਚੇ ਨੇ ਕਿ ਕਿਸੇ ਵੀ ਕਥਾਵਾਚਕ ਨੂੰ ਮਾਤ ਦੇ ਸਕਦੇ ਨੇ, ਬਿਲਕੁਲ, ਸਵਾਲ ਜਵਾਬ ਦੇ ਵਿੱਚ, ਪੰਜਾਬੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ। ਪਰ ਬੱਚਿਆਂ ਦਾ ਪ੍ਰੋਗਰਾਮ ਕੋਈ ਹੈ ਨਹੀਂ। ਇਹ ਸਿਰਫ ਬਹਾਨੇ ਨੇ ਕਿ ਔਰ ਸਾਡੇ ਉਹ ਲੇਡੀਜ਼ ਨੂੰ ਉਹਨਾਂ ਦੇ ਘਰਾਂ ਦੇ ਰੋਕ ਲੈਂਦੇ ਨੇ। ਨਾਟ ਐਟ ਆਲ। ਕੁਝ ਹੱਦ ਤੱਕ ਸਹੀ ਵੀ ਹੋ ਸਕਦਾ ਹੈ। ਤੁਸੀਂ ਹੌਸਲਾ ਅਫਜ਼ਾਈ, ਤੁਸੀਂ ਇੱਦਾਂ ਦਾ ਕੋਈ ਪ੍ਰੋਗਰਾਮ ਤਿਆਰ ਕਰੋ ਵੀ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਹੈਗਾ ਉਹਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਟਾਪ ਜਿਹੜੀਆਂ 2 ਤੁਹਾਡੀਆਂ ਪੋਜੀਸ਼ਨਸ ਹੁੰਦੀਆਂ ਪ੍ਰਧਾਨ ਦੀਆਂ ਤੇ ਸਕੱਤਰ ਦੀਆਂ, ਤੁਸੀਂ ਦਿਓ ਲੇਡੀਜ਼ ਨੂੰ। let them decide what need to do, sit on the backstage as a advisor। ਬਿਲਕੁਲ, ਮੇਰੀ ਇਹ ਸਲਾਹ ਦੇਖਣ ਵਾਲੇ ਕਈ ਬੰਦਿਆਂ ਨੂੰ ਪਸੰਦ ਨਹੀਂ ਆਏਗੀ, ਪਰ ਉਹਦੇ ਨਾਲ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਪੈਂਦਾ। ਸੱਚ ਨੇ ਹਮੇਸ਼ਾ ਸੱਚ ਰਹਿਣਾ। ਬਿਲਕੁਲ ਠੀਕ ਹੈ। ਅਸੀਂ ਇਸ ਇੰਟਰਵਿਊ ਵਿੱਚ ਅਹਿਮ ਗੱਲਾਂ ਜ਼ਰੂਰ ਕੀਤੀਆਂ ਨੇ। ਅਸੀਂ ਵੂਮਨ ਇੰਪਾਵਰਮੈਂਟ ਦੀ ਗੱਲ ਕੀਤੀ ਹੈ, ਬੱਚਿਆਂ ਨੂੰ ਅੱਗੇ ਉਤਸ਼ਾਹਿਤ ਕਿਵੇਂ ਕੀਤਾ ਜਾਏ ਇਸ ਦੀ ਗੱਲ ਕੀਤੀ ਹੈਗੀ ਹੈ, ਗੁਰਦੁਆਰਿਆਂ ਦੀ ਗੱਲ ਕੀਤੀ ਹੈ, ਪੋਲੀਟਿਕਸ ਦੀ ਗੱਲ ਕੀਤੀ ਹੈ। ਇੱਕ ਮੈਂ ਗੱਲ ਹੋਰ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ, ਕਿਉਂਕਿ ਤੁਸੀਂ ਖੁਦ ਇੱਕ ਬਿਜ਼ਨਸ ਟਾਈਕੂਨ ਹੋ। ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਟਰਲੌਕ ਵਿੱਚ ਆਸ-ਪਾਸ ਕਿੱਥੇ ਰਹਿੰਦੇ ਹੋ ਔਰ ਕੋਈ ਕਾਰ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਹੁਤ ਸੋਹਣੇ ਸ਼ਖਸ ਬੈਠੇ ਨੇ, ਦਵਿੰਦਰ ਸਿੰਘ ਬੈਂਸ, ਕਿਉਂਕਿ ਇਹਨਾਂ ਦਾ ਆਪਣਾ ਕਾਰਾਂ ਦਾ ਬਿਜ਼ਨਸ ਹੈ, ਸੇਲ ਪਰਚੇਜ਼ ਦਾ। ਪਰ ਇੱਥੇ ਬਿਜ਼ਨਸ ਟਾਈਕੂਨ ਦੇ ਨਾ ਹੋਣ ਦੇ ਨਾਲ ਉਹਨਾਂ ਨੌਜਵਾਨਾਂ ਵੱਲ ਜਦੋਂ ਨਿਗਾਹ ਮਾਰਦੇ ਹੋ ਤੁਸੀਂ, ਜੋ ਪੰਜਾਬ ਦੇ ਨੇ ਜਾਂ ਕਿਸੇ ਹੋਰ ਥਾਵਾਂ ਦੇ ਨਹੀਂ, ਉਹ ਤੁਹਾਡੇ ਵਰਗੇ ਬਿਜ਼ਨਸ ਟਾਈਕੂਨਸ ਨੂੰ ਦੇਖ ਕੇ, ਅਮਰੀਕਾ ਦੀ ਚਕਾਚੌਂਧ ਨੂੰ ਦੇਖ ਕੇ ਅਮਰੀਕਾ ਵਿੱਚ ਆਉਣਾ ਚਾਹੁੰਦੇ ਨੇ, ਸੈਟਲ ਹੋਣਾ ਚਾਹੁੰਦੇ ਨੇ। ਫਿਰ ਉਹ ਭਾਵੇਂ ਲੀਗਲ ਹੋਏ ਜਾਂ ਇਲੀਗਲ ਹੋਏ, ਉਹ ਇਹ ਨਹੀਂ ਦੇਖਦੇ। ਆਪਣੇ ਉਹਨਾਂ ਦੇ ਪਿਓ ਦਾਦੀਆਂ ਦੀ ਜਿਹੜੀਆਂ ਜ਼ਮੀਨਾਂ ਨੇ ਜਾਂ ਗਹਿਣੇ ਨੇ ਪਏ ਨੇ, ਉਹਨਾਂ ਨੂੰ ਵੇਚ ਕੇ 40-50 ਲੱਖ ਰੁਪਇਆ ਇਕੱਠਾ ਕਰਕੇ, ਭਾਵੇਂ ਚਾਹੇ ਲੋਨ ਚੁੱਕਣਾ ਪਏ, ਇਲੀਗਲ ਤਰੀਕੇ ਨਾਲ ਵੀ ਡੋਂਕੀ ਦੇ ਥਰੂ ਜਾਂ ਫਿਰ ਬਾਰਡਰ ਕ੍ਰਾਸ ਕਰਕੇ ਇੱਥੇ ਆਉਂਦੇ ਨੇ, ਸਿਰਫ ਇਹ ਦੇਖ ਕੇ ਕਿ ਹਾਂ ਇੱਥੇ ਜਿਹੜੇ ਡਾਲਰ ਦੀ ਚਕਾਚੌਂਧ ਇੰਨੀ ਜ਼ਿਆਦਾ, ਇੱਥੇ ਜਾਵਾਂਗੇ, ਪੇੜਾਂ ਤੇ ਲੱਗੇ ਹੋਏ ਨੇ, ਤੋੜ ਲਾਂਗੇ। ਕੀ ਵਾਕਈ ਇੰਨਾ ਸੌਖੇ ਹੈ ਇੱਥੇ ਡਾਲਰ ਕਮਾਣੇ? ਬਲੰਦਰ ਵੀ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ ਸਕਸੈਸ ਦੇ ਸ਼ਿਖਰ ਤੇ ਪਹੁੰਚ ਜਾਂਦੇ ਹੋ ਤੇ ਤੁਹਾਡੀ ਸਕਸੈਸ ਨੂੰ ਸਾਰੀ ਦੁਨੀਆ ਦੇਖਦੀ ਹੈ, ਪਰ ਉਸ ਸਕਸੈਸ ਦੇ ਪਿੱਛੇ ਤੁਸੀਂ ਕਿੰਨੀ ਘਾਲਣਾ ਕੀਤੀ ਹੈ, ਕਿੰਨੇ ਸਾਲ ਤੁਸੀਂ ਆਪਣੀ ਜਵਾਨੀਆਂ ਲਗਾ ਦਿੱਤੀ ਹੈ, ਉਹ ਨਹੀਂ ਦੇਖਦੀ। ਔਰ ਸਾਡੇ ਵੀ ਲੋਕ ਜਦੋਂ ਪਿੱਛੇ ਜਾਂਦੇ ਨੇ ਜੀ, ਉਹ ਵੀ ਗਲਤ ਮੈਸੇਜ ਲੈ ਕੇ ਜਾਂਦੇ ਨੇ। ਜ਼ਿਆਦਾ ਪੈਸੇ ਖਰਚਦੇ ਨੇ ਤਾਂ ਕਿ ਉੱਥੇ ਉਹ ਮਾਹੌਲ ਹੀ ਬਣ ਜਾਂਦਾ ਹੈ ਕਿ ਫਲਾਨਾ ਬੰਦਾ ਅਮਰੀਕਾ ਤੋਂ, ਕੈਨੇਡਾ ਤੋਂ ਤੇ ਇੰਗਲੈਂਡ ਤੋਂ ਆਇਆ ਸੀਗਾ, ਉਹਨੇ ਤਾਂ ਬੜੇ ਇੱਥੇ ਪੈਸੇ ਖਰਚ ਕੀਤੇ, ਸ਼ਾਪਿੰਗ ਵੀ ਕੀਤੀ ਹੈ। ਪਰ ਉਹ ਇਸ ਕਰਕੇ ਕਿਉਂਕਿ ਡਾਲਰਾਂ ਦੇ ਰੁਪਈਏ ਕਿੰਨੇ ਸਾਰੇ ਬਣ ਜਾਂਦੇ ਆ। ਬਿਲਕੁਲ, ਦੈਟਸ ਅਨਦਰ ਥਿੰਗ। ਬਿਲਕੁਲ। ਪਰ ਮੈਂ ਮੈਸੇਜ ਦੇਣਾ ਚਾਹਾਂਗਾ ਯੂਥਸ ਨੂੰ। ਮੇਰਾ ਮੈਸੇਜ ਇਹ ਹੈਗਾ, ਨਥਿੰਗ ਕਮਸ ਈਜ਼ੀ। ਬਿਲਕੁਲ। You have to work for it. You have to work hard at it. You have to focus your results. ਜਦੋਂ ਵੀ ਤੁਸੀਂ ਪੁਰਾਣੇ ਜ਼ਮਾਨੇ 'ਚ ਦੇਖੋ, ਨੌਜਵਾਨ ਨੂੰ ਇਸ ਤਰ੍ਹਾਂ ਹੁੰਦਾ ਸੀਗਾ ਕਿ ਤੁਸੀਂ ਜਦੋਂ ਕੈਮਰਾ ਹੁੰਦਾ ਸੀਗਾ ਨਾ, ਹੁਣ ਤੇ ਆਟੋਮੈਟਿਕ ਆ ਗਿਆ, ਪਹਿਲਾਂ ਤੁਹਾਨੂੰ ਕੈਮਰੇ ਨਾਲ ਫੋਕਸ ਕਰਨਾ ਪੈਂਦਾ ਸੀਗਾ ਆਬਜੈਕਟ ਦੇ ਉੱਪਰ। ਜੀ। ਜਦੋਂ ਤੁਹਾਡਾ ਫੋਕਸ ਕਲੀਅਰ ਹੋ ਜਾਂਦਾ ਸੀ, ਉਦੋਂ ਤੁਸੀਂ ਬਟਨ ਦੱਬ ਦਿੰਦੇ ਸੀਗੇ। ਬਿਲਕੁਲ ਠੀਕ ਹੈ ਨਾ। ਸੋ ਦੈਟਸ ਦੀ ਮੈਸੇਜ ਫॉर द ਲਾਈਫ। First, you need to focus on the subject matter, that what would you want to do in the life? ਤੁਸੀਂ ਕਰਨਾ ਕੀ ਚਾਹੁੰਦੇ ਹੋ? ਔਰ ਇਹ ਆਪਣੇ ਆਪ ਨੂੰ ਤੁਸੀਂ ਹਮੇਸ਼ਾ ਆਪਣੇ ਜ਼ਿਹਨ 'ਚ ਰੱਖੋ, nothing comes easy, but once you have the know-how, ਤੁਹਾਨੂੰ ਕਰਨ ਦੇ ਤਰੀਕੇ ਤੁਸੀਂ ਸਿੱਖ ਲਓ। ਕਿਸੇ ਵੀ ਬਿਜ਼ਨਸ ਦੇ ਵਿੱਚ ਤੁਸੀਂ ਚਲੇ ਜਾਓ, ਰੀਅਲ ਸਟੇਟ ਚਲੇ ਜਾਓ, ਆਪਣੇ ਮੈਡੀਕਲ ਪ੍ਰੋਫੈਸ਼ਨ ਚਲੇ ਜਾਓ, ਬਿਜ਼ਨਸ ਦੇ ਵਿੱਚ ਚਲੇ ਜਾਓ, ਟਰੱਕਿੰਗ ਬਿਜ਼ਨਸ ਦੇ ਵਿੱਚ ਚਲੇ ਜਾਓ, ਗਰੋਸਰੀ ਬਿਜ਼ਨਸ ਦੇ ਵਿੱਚ ਚਲੇ ਜਾਓ, ਦੇयर ਸੋ ਮੈਨੀ। ਸਭ ਤੋਂ ਪਹਿਲੀ ਚੀਜ਼, ਜੇ ਤੁਸੀਂ put it this way, if you're a driver, if you're not a trained driver, would somebody will put you on the driver's seat? No. Accident होएगा ही होएगा। So you have to become a good driver yourself. And you know what? Only one person is going to stop you from doing that. That's going to be you, yourself. There are so many people going to run in the life for you, ਜਿਹੜੇ ਤੁਹਾਨੂੰ ਕਹਿਣਗੇ ਕਿ ਉਹ ਇਹ ਬੜਾ ਔਖਾ ਕੰਮ ਹੈ। ਔਖਾ ਕੰਮ ਸਿਰਫ ਉਹੀ ਹੁੰਦਾ ਹੈ ਜਿਹੜਾ ਤੁਸੀਂ ਆਪਣੇ ਮਨ ਨੂੰ ਦੱਸਦੇ ਹੋ ਕਿ ਔਖਾ ਹੈ।
ਹੋਰ ਚੀਜ਼ ਕੋਈ ਔਖੀ ਨਹੀਂ ਹੁੰਦੀ। ਕਹਿੰਦੇ ਨੇ ਕਿ ਹਾਰ ਮੰਨਣੀ ਜਿਹੜੀ ਹੈ ਬੜੀ ਸੌਖੀ ਹੈ, ਬੜੀ ਲੇਕਿਨ ਸੌਖੀ ਹੈ। ਜਿੱਤ ਪਾਣਾ 10 ਬੰਦਿਆਂ ਦੀ ਰੇਸ ਵਿੱਚ ਤੁਸੀਂ ਸਭ ਤੋਂ ਅੱਗੇ ਨਿਕਲਣਾ ਤਾਂ ਤੁਹਾਨੂੰ ਉਹ ਜੋਸ਼ ਲਗਾਉਣਾ ਪਏਗਾ ਔਰ ਰੇਸ ਵਿੱਚ ਆਣਾ ਹੀ ਪਏਗਾ ਤੁਹਾਨੂੰ, ਤਾਂ ਹੀ ਤੁਸੀਂ ਜਿੱਤ ਸਕਦੇ ਹੋ। ਜਿਹੜੇ ਤੁਸੀਂ 20 ਤੋਂ ਲੈ ਕੇ 40 50 60 ਲੱਖ ਰੁਪਏ ਦੇ ਕਰਜ਼ੇ ਲੈ ਕੇ ਤੁਸੀਂ ਇਹਨਾਂ ਮੁਲਕਾਂ 'ਚ ਆਉਂਦੇ ਹੋ ਕਿ ਮੈਂ ਜਾਂਦਿਆਂ ਅਮੀਰ ਬਣ ਜਾਣਾ, ਦੇयर इज नो ਸੱਚ ਅ ਥਿੰਗ, ਨੋ ਸੱਚ ਅ ਥਿੰਗ। ਮੈਂ 21 ਸਾਲਾਂ ਦਾ ਸੀਗਾ ਜਦੋਂ ਮੈਂ ਇਸ ਮੁਲਕ ਦੇ ਵਿੱਚ ਆ ਗਿਆ ਸੀਗਾ, ਐਂਡ ਆਈ ਵੈਂਟ ਥਰੂ ਅ ਲੋਟ ਆਫ ਫੇਜ਼ਸ। ਕਾਫੀ ਮਿਹਨਤ ਕਰਨੀ ਪਈ ਆ। ਹੁਣ ਕਿਤੇ ਪਿਛਲੇ 15-20 ਸਾਲਾਂ ਦੇ ਵਿੱਚ ਆ ਕੇ ਮੈਨੂੰ ਫੀਲ ਕਰਦਾ ਹੈ ਕਿ ਦੈਨ ਆਈ ਕੈਨ ਟੇਕ ਇਟ ਈਜ਼ੀ ਨਾਓ, ਬਟ ਯੂ ਹੈਵ ਟੂ ਪੁੱਟ ਐਫਰਟਸ ਟੂ ਇਟ। ਬਿਲਕੁਲ। ਇੱਕ ਹੋਰ ਸਵਾਲ ਛੋਟਾ ਜਿਹਾ ਮੈਂ ਚਾਹਾਂਗਾ, ਉਹਦਾ ਤੁਸੀਂ ਆਨਸਰ ਦਿਓ, ਉਸ ਤੋਂ ਬਾਅਦ ਅਸੀਂ ਇੰਟਰਵਿਊ ਖਤਮ ਕਰਾਂਗੇ। ਤੁਸੀਂ ਕਿਹਾ ਕਿ 21 ਸਾਲਾਂ ਦੀ ਉਮਰ 'ਚ ਤੁਸੀਂ ਇੱਥੇ ਅਮਰੀਕਾ ਵਿੱਚ ਆਏ, ਜਦੋਂ ਪਿੱਛੇ ਨਜ਼ਰ ਮਾਰਦੇ ਹੋ, ਪਿਛੋਕੜ ਦੇਖਦੇ ਹੋ ਆਪਣਾ, ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੀ ਜਵਾਨੀ ਹੈ ਸਾਰੀ ਮੇਰੀ ਚਲੀ ਗਈ ਸਿਰਫ ਪੈਸਾ ਕਮਾਉਣ ਦੇ ਪਿੱਛੇ? ਇੰਜੋਏ ਕੀਤਾ? ਇੰਜੋਏ ਬਹੁਤ ਕੀਤਾ, ਕਿਉਂਕਿ ਮਿਹਨਤ ਆਪਣੀ ਇੱਕ ਚੀਜ਼ ਸੀਗੀ, ਹੌਬੀਜ਼ ਮੇਰੀ ਅਲੱਗ ਚੀਜ਼ ਸੀਗੀ। ਮੈਂ ਸ਼ੁਰੂ ਤੋਂ ਬੱਚਿਆਂ ਦੇ ਨਾਲ ਬਹੁਤ ਇਨਵੋਲਵ ਹੁੰਦਾ ਸੀ ਗੁਰਦੁਆਰੇ। ਮੈਨੂੰ ਇਹ ਪਤਾ ਸੀਗਾ ਕਿ ਜਦੋਂ ਗੁਰਦੁਆਰੇ ਜਾਂਦੇ ਨੇ, ਜਿਹੜੇ ਸਾਡੇ ਨੌਜਵਾਨ ਬੱਚੇ ਹੁੰਦੇ ਸੀ, ਇੱਕ ਕਾਰਨਰ 'ਚ ਬੈਠੇ ਹੁੰਦੇ ਸੀ ਜਾਂ ਬਾਹਰ ਬੈਠੇ ਹੁੰਦੇ ਸੀਗੇ, ਉਹਨਾਂ ਦਾ ਮੈਂ ਛੋਟਾ ਜਿਹਾ ਗਰੁੱਪ ਬਣਾ ਲਿਆ ਸੀਗਾ ਜੀ। ਉਹਨਾਂ ਨੂੰ ਡਿਨਰ ਤੇ ਲੈ ਕੇ ਜਾਣਾ, ਸਿੱਖੀਜ਼ਮ ਦੀ ਗੱਲ ਸੁਣਾਉਣੀ, ਕੋਈ ਕਿਤਾਬ ਦੇ ਦੇਣੀ। ਦੈਟ ਵਾਸ ਮਾਈ ਹੌਬੀ ਐਂਡ ਆਈ ਐਂਜੋਇਡ ਡੂਇੰਗ ਦੈਟ। ਸੋ ਐਂਡ ਦੋਜ਼ ਕਿਡਸ ਦੇ ਸਟਿਲ ਇਨ ਟੱਚ ਵਿਦ। ਤਾਂ ਹੀ ਅੱਜ ਵੀ ਤੁਸੀਂ ਸਿੱਖੀ ਸਰੂਪ ਵਿੱਚ ਹੋ ਔਰ ਇੱਕ ਚੰਗਾ ਮੈਸੇਜ ਵੀ ਤੁਸੀਂ ਕਨਵੇ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਬੈਨ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਬਹੁਤ ਮੈਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਬਹੁਤ ਜ਼ਿੰਦਾ ਦਿਲੀ ਦੇ ਨਾਲ, ਜੋਸ਼ ਦੇ ਨਾਲ ਜਿਵੇਂ ਤੁਸੀਂ ਗੱਲਾਂ ਕੀਤੀਆਂ ਨੇ, ਔਰ ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਨੇ ਸੁਣੀਆਂ ਵੀ ਹੋਣਗੀਆਂ, ਉਹਨਾਂ ਪੇਰੈਂਟਸ ਨੇ ਵੀ ਸੁਣੀਆਂ ਹੋਣਗੀਆਂ ਜੋ ਧੀਆਂ ਨੂੰ ਅਭਿਸ਼ਾਪ ਦੱਸਦੇ ਨੇ, ਘਰ ਵਿੱਚ ਬੋਝ ਸਮਝਦੇ ਨੇ। ਉਹਨਾਂ ਨੂੰ ਜ਼ਰੂਰ ਪਤਾ ਚੱਲੇਗਾ ਕਿ ਜੇਕਰ ਧੀਆਂ ਨੂੰ ਇੱਕ ਚੰਗੀ ਉਡਾਨ ਦਾ ਮਾਲਕ ਬਣਾਇਆ ਜਾਏ ਤਾਂ ਉਹ ਉਡਾਨ ਜਿਹੜੀ ਹੈ ਪੂਰੀ ਦੁਨੀਆ ਨੂੰ ਸਾਬਿਤ ਕਰ ਸਕਦੀ ਹੈ ਕਿ ਕੁੜੀਆਂ ਵੀ ਕਿਸੇ ਤੋਂ ਪਿੱਛੇ ਨਹੀਂ। ਮੇਰਾ ਲਾਸਟ ਮੈਸੇਜ ਇਹ ਹੈਗਾ ਬੱਚੀਆਂ ਵਾਸਤੇ, ਪੇਰੈਂਟਸ ਵਾਸਤੇ, ਖਾਸ ਕਰਕੇ ਬੱਚੀਆਂ ਦੇ ਲਈ, ਜਦੋਂ ਤੁਹਾਨੂੰ ਜ਼ਰੂਰਤ ਪਏਗੀ ਜ਼ਿੰਦਗੀ ਦੇ ਵਿੱਚ, ਬੁਢਾਪੇ ਦੇ ਵਿੱਚ ਜਦੋਂ ਤੁਹਾਨੂੰ ਲੋੜ ਪਏਗੀ, ਸਭ ਤੋਂ ਪਹਿਲਾਂ ਤੁਹਾਡੀ ਬੱਚੀ ਤੁਹਾਡੇ ਕੋਲ ਭੱਜੀ ਆਏਗੀ ਤੁਹਾਡੀ ਸੇਵਾ ਵਾਸਤੇ। ਬਿਲਕੁਲ। ਇਹ ਚੀਜ਼ ਹਮੇਸ਼ਾ ਯਾਦ ਰੱਖਣਾ। ਇਹ ਚੀਜ਼ ਜ਼ਿਹਨ 'ਚ ਰੱਖੋਗੇ ਤਾਂ ਬੱਚੀਆਂ ਦਾ ਭਲਾ ਕਰੋ, ਬੱਚਿਆਂ ਨੂੰ ਬੋਝ ਨਾ ਸਮਝਿਓ। ਬਾਬੇ ਨਾਨਕ ਦਾ ਫਲਸਫਾ ਲੈ ਕੇ ਚੱਲੋ, ਬੱਚਿਆਂ ਨੂੰ ਉੱਚੀ ਉਡਾਈ ਤੱਕ ਸਹੀ ਸਿੱਖਿਆ ਦੇ ਕੇ, ਬਾਬੇ ਨਾਨਕ ਦਾ ਫਲਸਫਾ ਦੇ ਕੇ ਉਹਨੂੰ ਅੱਗੇ ਲੈ ਕੇ ਜਾਓ। ਮੈਂ ਕਿਸੇ ਗੋਰੇ ਦਾ ਕਮੈਂਟ ਸੁਣ ਰਿਹਾ ਸੀਗਾ ਜੀ, ਕਹਿੰਦਾ ਜੇ ਦੁਨੀਆ ਦੇ ਵਿੱਚ ਸ਼ਾਂਤੀ ਲਿਆਉਣੀ ਹੈ, ਇੱਕ ਅੱਛਾ ਸਮਾਜ ਲਿਆਉਣਾ ਹੈ, ਤਾਂ ਸਾਨੂੰ ਬਾਬੇ ਨਾਨਕ ਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਉੱਪਰ ਪੂਰੀ ਤਵੱਜੋ ਦੇ ਨਾਲ ਪਹਿਰਾ ਦੇਣਾ ਪਏਗਾ। ਸਤਿ ਸ੍ਰੀ ਅਕਾਲ। ਸੋ ਇਸੇ ਕਰਕੇ ਸਰਦਾਰ ਦਵਿੰਦਰ ਸਿੰਘ ਬੈਂਸ ਸਾਹਿਬ ਸੀਗੇ ਸਾਡੇ ਨਾਲ, ਜਿਨ੍ਹਾਂ ਨੂੰ ਅਸੀਂ ਮਿਲ ਕੇ ਕਿਹਾ ਸਿੱਖ ਹਾਈ ਫਲਾਇਰ। ਤੁਸੀਂ ਜ਼ਰੂਰ ਇਹਨਾਂ ਦੀ ਇੰਟਰਵਿਊ ਸੁਣ ਕੇ ਜੱਜ ਕਰ ਲਿਆ ਹੋਏਗਾ, ਕਿਉਂਕਿ ਅਜਿਹੇ ਸਿੱਖ ਹਾਈ ਫਲਾਇਰ ਦੀ ਅਜੋਕੇ ਸਮਾਜ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਉਂਕਿ ਜੇਕਰ ਅਜਿਹਾ ਪਿਤਾ ਹਰ ਕੋਈ ਬਣ ਜਾਏਗਾ ਨਾ, ਤਾਂ ਮੈਨੂੰ ਲੱਗਦਾ ਹੈ ਕਿ ਕੁੜੀਆਂ ਦੀ ਜਿਹੜੀ ਉਡਾਨ ਹੈ ਉਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਏਗਾ। ਕੋਈ ਵੀ ਉਸ ਨੂੰ ਨਹੀਂ ਰੋਕ ਪਾਏਗਾ, ਔਰ ਰੋਕਣਾ ਚਾਹੀਦਾ ਵੀ ਨਹੀਂ ਹੈ। ਕੁੜੀਆਂ ਨੂੰ ਉੱਡਣ ਦਿਓ, ਆਪਣੇ ਹਰ ਮੁਕਾਮ ਤੱਕ ਜੋ ਉਹ ਚਾਹੁੰਦੀਆਂ ਨੇ ਪਹੁੰਚਣ ਦਿਓ। ਸੋ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਇਹ ਸੀ ਸਰਦਾਰ ਦਵਿੰਦਰ ਸਿੰਘ ਬੈਂਸ ਸਾਹਿਬ, ਜਿਨ੍ਹਾਂ ਨੂੰ ਅਸੀਂ ਮਿਲ ਕੇ ਕਿਹਾ ਸਿੱਖ ਹਾਈ ਫਲਾਇਰ। ਅਗਲੇ ਹਫਤੇ ਇੱਕ ਹੋਰ ਸ਼ਖਸ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।